ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਹਾਡਾ ਸਾਰਿਆਂ ਦਾ ਇਸ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ। ਰੰਦੇਵ ਸਾਹਿਬ, ਤੁਸੀਂ ਬਹੁਤ ਦਿਨਾਂ ਬਾਅਦ ਅੱਜ ਮਿਲੇ ਆ। ਤੁਸੀਂ ਵੀ ਸਾਰਿਆਂ ਨੂੰ ਸੋਮਦੱਤ ਰੰਦੇਵ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਨਮਸਕਾਰ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਗੱਲ ਕਲੀਅਰ ਕਰਾਂ ਕਿ ਜਿਹੜਾ ਲਾਸਟ ਪ੍ਰੋਗਰਾਮ ਸੀ ਉਹਦੇ ਵਿੱਚ ਮੈਨੂੰ ਕਾਫੀ ਮੈਸੇਜ ਆਏ ਕਿ ਸਾਊਂਡ, ਉਹਨਾਂ ਨੂੰ ਆਵਾਜ਼ ਜਿਹੜੀ ਆ ਉਹ ਘੱਟ ਲੱਗਦੀ ਆ। ਲੋਕਡਾਊਨ ਚੱਲਦਾ ਪਿਆ ਆ, ਘਰ 'ਚ ਬੈਠੇ ਆ, ਸਟੂਡੀਓ ਰਿਕਾਰਡਿੰਗ ਜਿਹੜੀ ਆ ਇਸ ਵੇਲੇ ਸੰਭਵ ਨਹੀਂ ਆ। ਜਿੰਨੀ ਕੋਸ਼ਿਸ਼ ਕਰ ਸਕਦੇ ਆ ਸਾਊਂਡ ਨੂੰ ਆਪਣੇ ਹੀ ਮੋਬਾਈਲ ਦੇ ਵਿੱਚ ਰਿਕਾਰਡਿੰਗ ਕਰ ਰਹੇ ਆ। ਸੋ ਅਗਰ ਤੁਸੀਂ ਇਹਨੂੰ ਹੈੱਡਫੋਨ ਲਾ ਕੇ ਸੁਣੋਗੇ ਤਾਂ ਕੋਸ਼ਿਸ਼ ਹੋਊਗੀ ਕਿ ਅਸੀਂ ਜਿੰਨਾ ਅੱਛਾ ਸਾਫ਼ ਬੋਲ ਸਕੀਏ। ਸਾਡੇ ਕੋਲ ਜਦੋਂ ਆਪਾਂ ਸਟੂਡੀਓ ਰਿਕਾਰਡਿੰਗ ਕਰਦੇ ਆ ਬਹੁਤ ਫੈਸਿਲਿਟੀਜ਼ ਹੁੰਦੀਆਂ ਨੇ ਕਿ ਕੱਟ ਕਿੱਥੋਂ ਕਰਨਾ, ਕੁਝ ਐਡਿਟ ਤਾਂ ਨਹੀਂ ਕਰਨਾ। ਇਹ ਲਾਈਵ ਰਿਕਾਰਡਿੰਗ ਹੈ ਜਿਹਦੇ ਵਿੱਚ ਮੇਲਸ ਸਾਨੂੰ ਨਾਲ ਚੱਲਦੀਆਂ ਨੇ, ਆਨਲਾਈਨ ਸਾਰੇ ਬੈਠੇ ਹੋਏ ਨੇ। ਮੇਰੇ ਕੋਲ ਮੇਰੇ 7 ਵਿਊਅਰਸ ਨੇ ਜਿਹੜੇ ਅਲੱਗ-ਅਲੱਗ ਥਾਵਾਂ ਤੋਂ ਉਹ ਨੈਟ ਦੇ ਥਰੂ ਦੇਖਦੇ ਵੀ ਪਏ ਨੇ ਸਾਰਾ ਕੁਝ। ਸੋ ਥੋੜ੍ਹਾ ਜਿਹਾ ਇੰਨਾ ਕੁ ਸਮਝਣ ਦੀ ਕੋਸ਼ਿਸ਼ ਕਰਿਓ, ਅਦਰਵਾਈਜ਼ ਅਸੀਂ ਪੂਰਾ ਕੋਸ਼ਿਸ਼ ਕਰਾਂਗੇ। ਔਰ ਦੂਸਰਾ ਮੇਰਾ ਪੁਆਇੰਟ ਇਹ ਸੀਗਾ ਕਿ ਹਮੇਸ਼ਾ ਹੀ ਹੁੰਦਾ ਕਿ ਇਸ ਪ੍ਰੋਗਰਾਮ ਨੂੰ ਜਿਹੜਾ ਕਰਨ ਦਾ ਮੋਟਿਵ ਹੈ ਉਹ ਇਹ ਆ ਕਿ ਜੋਤਿਸ਼ ਦੀ, ਉਹਦੇ ਵੱਖ-ਵੱਖ ਢੰਗਾਂ ਦੀ ਸਹੀ ਜਾਣਕਾਰੀ ਇਸ ਢੰਗ ਨਾਲ ਆਪਾਂ ਦੇ ਸਕੀਏ ਕਿ ਬਿਨਾਂ ਕਿਸੇ ਵਹਿਮਾਂ ਭਰਮਾਂ 'ਚ ਪਿਆ, ਪਖੰਡਾਂ 'ਚ ਪਿਆ ਬਿਨਾਂ, ਉਹਦਾ ਤੱਤ ਕੱਢ ਕੇ, ਉਹਦਾ ਨਿਚੋੜ ਕੱਢ ਕੇ, ਉਹਦੀਆਂ ਅਲੱਗ-ਅਲੱਗ ਸ਼ਾਖਾਵਾਂ ਤੋਂ, ਉਹਦੇ ਬ੍ਰਾਂਚਿਸ ਤੋਂ ਬੈਨੀਫਿਟ ਲੈ ਕੇ ਆਪਾਂ ਕਰ ਲਈਏ। ਤਾਂ ਮੈਨੂੰ ਲੱਗਦਾ ਕਿ ਆਪਾਂ ਰੰਦੇਵ ਸਾਹਿਬ ਸਿੱਧਾ ਪ੍ਰੋਗਰਾਮ ਦੀ ਸਟਾਰਟਿੰਗ ਕਰਦੇ ਹਾਂ। ਮੇਰੇ ਕੋਲ ਰੋਹਤਕ ਤੋਂ ਬੈਠੇ ਨੇ, ਬਹੁਤ ਸਲੋ ਇਹ ਸਕਾਈਪ ਤੇ ਬੈਠੇ ਹੋਏ ਨੇ। ਨਰਿੰਦਰ ਜੀ, ਤੁਹਾਡਾ ਕੁਐਸਚਨ ਲੈਣ ਲੱਗਾ ਕਿ ਨਰਿੰਦਰ ਕੁਮਾਰ ਨੇ, ਇਹ ਰੋਹਤਕ 'ਚ ਨੇ ਜੀ ਇਸ ਵੇਲੇ, ਔਰ ਇਹ ਪ੍ਰਾਈਵੇਟ ਕਹਿੰਦੇ ਮੈਂ ਜੌਬ ਕਰਦਾ। ਮੇਰੀ ਡੇਟ ਆਫ ਬਰਥ ਆ ਰੰਦੇਵ ਸਾਹਿਬ 3/10/92, ਇਹਨਾਂ ਦਾ ਈਵਨਿੰਗ ਦਾ ਟਾਈਮ ਹੈ, ਤੁਸੀਂ ਇਹਨੂੰ ਨੋਟ ਕਰੋ। ਔਰ ਇਹ ਕਹਿੰਦੇ ਨੇ ਕਿ ਮੈਂ ਪ੍ਰਾਈਵੇਟ ਜੌਬ ਨੂੰ ਛੱਡ ਕੇ ਅਬਰੋਡ ਸੈਟਲ ਹੋਣਾ ਚਾਹੁੰਦਾ। ਮੈਨੂੰ ਮੇਰੀ ਕੰਪਨੀ ਨੇ ਵੀ ਇੱਕ ਵਾਰੀ ਭੇਜਿਆ, ਮੈਂ ਰਿਫਿਊਜ਼ ਹੋ ਗਿਆ। ਇੱਕ ਵਾਰੀ ਮੈਂ ਆਪ ਟਰਾਈ ਕੀਤੀ ਤੇ ਮੈਂ ਬਹੁਤ ਡਾਊਟ ਦੇ ਵਿੱਚ ਹਾਂ ਕਿ ਮੈਂ ਕੀ ਕਰਾਂ। ਨਰਿੰਦਰ ਜੀ ਠੀਕ ਕਹਿੰਦੇ ਪਏ ਤੁਸੀਂ ਕਿ ਮੈਂ ਕੀ ਕਰਾਂ, ਕਿ ਇਸ ਵੇਲੇ ਮੈਂ ਜਾਣਾ ਬਾਹਰ ਚਾਹੁੰਦਾ, ਮੇਰਾ ਮੂਡ ਬਣ ਗਿਆ, ਮੇਰੇ ਉੱਥੇ ਸਾਰੇ ਵੇਟ ਕਰਦੇ ਪਏ ਆ, ਪਰ ਮੈਨੂੰ ਹੁਣ ਤੁਸੀਂ ਪਲੀਜ਼ ਜੋਤਿਸ਼ ਵੱਲੋਂ ਗਾਈਡ ਕਰਿਓ। ਸੋ ਸਭ ਤੋਂ ਪਹਿਲਾਂ ਆਪਾਂ ਪ੍ਰਾਚੀਨ ਜੋਤਿਸ਼ ਜਿਹੜਾ ਸਾਡਾ, ਜਿਹਨੂੰ ਪ੍ਰੋਪਰ ਟੇਵਾ ਕਹਿੰਦੇ ਨੇ, ਉਹਦੇ ਮੁਤਾਬਕ ਰੰਦੇਵ ਸਾਹਿਬ ਐਕਸਪਰਟ ਨੇ। ਮੈਂ ਪਿਛਲੀ ਵਾਰੀ ਇਹਨਾਂ ਬਾਰੇ ਦੱਸਿਆ ਸੀਗਾ ਕਿ ਇਹਨਾਂ ਦੀ ਪੂਰੀ ਫੈਮਿਲੀ 7 ਪੀੜ੍ਹੀਆਂ ਤੋਂ ਰਾਦਰੀ ਹੋਰੋਸਕੋਪ ਬਣਾਉਣ ਦਾ, ਬੁੱਕਸ ਲਿਖਣ ਦਾ ਜਿਹੜਾ ਕੰਮ ਕਰਦੀ ਆ। ਸੋ ਸਭ ਤੋਂ ਪਹਿਲਾਂ ਰੰਦੇਵ ਸਾਹਿਬ ਤੁਸੀਂ ਮੈਨੂੰ ਪਲੀਜ਼ ਦੱਸੋ ਇਹਦੇ ਬਾਰੇ ਕਿ ਇਹਨਾਂ ਦਾ ਟੇਵਾ ਜਿਹੜਾ ਆ ਉਹ ਕੀ ਕਹਿੰਦਾ ਹੈ। ਟੇਵਾ ਤੁਹਾਡੇ ਕੋਲ ਆ ਗਿਆ। ਹਾਂਜੀ ਰੰਦੇਵ ਜੀ, ਟੇਵੇ ਦੇ ਮੁਤਾਬਕ ਜਿਹੜੀ ਤੁਹਾਡੀ ਕੁੰਡਲੀ ਹੈਗੀ ਹੈ ਉਹ ਬ੍ਰਿਖ ਲੱਗਣ ਦੀ ਹੈ, ਔਰ ਤੁਹਾਡੇ 12ਵੇਂ ਘਰ ਦੇ ਵਿੱਚ ਸ਼ੁੱਕਰ ਤੇ ਬੁੱਧ ਗ੍ਰਹਿ ਇਕੱਠੇ ਹੋਏ ਨੇ, ਜਿਸ ਕਰਕੇ ਤੁਹਾਡਾ ਜਿਹੜਾ ਬਾਰ-ਬਾਰ ਜਾਣ ਦਾ ਜਿਹੜਾ ਰਿਫਿਊਜ਼ਲ ਹੋ ਰਿਹਾ, ਵਿਦੇਸ਼ ਜਾਣ ਦਾ। ਓਕੇ, ਇਹ ਮੇਨ ਇਹਨਾਂ ਦੇ ਗ੍ਰਹਿ ਨੇ, ਇਹਨਾਂ ਦੇ ਮੇਨ ਇਹ ਕਾਰਕ ਨੇ ਜਿਨ੍ਹਾਂ ਕਰਕੇ ਇਹਨਾਂ ਨੂੰ ਬਾਰ-ਬਾਰ ਸਾਹਮਣਾ ਪੈ ਰਿਹਾ। ਥੋੜਾ ਜਿਹਾ ਮੈਂ ਐਸੀ ਤਾਂ ਐਕਸਪਲੇਨ ਕਰ ਦੇਂਗੇ ਕਿ ਕੁੰਡਲੀ ਨੂੰ ਦੇਖਣਾ ਵੀ ਜਾਣਦੇ ਨੇ, ਕਹਿੰਦੇ ਮੈਂ ਥੋੜਾ ਬਹੁਤ ਪੜ੍ਹਦਾ ਵੀ ਰਹਿਣਾ। ਸੋ ਉਪਾਏ ਜਿਹੜੇ ਕੀ ਆ ਇਹਦੇ ਬਾਰੇ, ਇਹਨਾਂ ਨੂੰ ਕੀ ਕਰਨਾ ਚਾਹੀਦਾ, ਇਹਨੂੰ ਉਪਾਏ ਕਹਿ ਲਈਏ, ਰੈਮਡੀਜ਼ ਵਰਡ ਬੋਲ ਲਈਏ, ਹੈ ਨਾ, ਜੋ ਵੀ ਜੋਤਿਸ਼ ਦੀਆਂ ਵਿਧੀਆਂ ਨੇ। ਨਰਿੰਦਰ ਜੀ, ਭਾਰਤੀ ਜੋਤਿਸ਼ ਦੇ ਮੁਤਾਬਕ ਜਿਹੜੇ ਉਪਾਏ ਨੇ ਉਹ 3 ਤਰ੍ਹਾਂ ਦੇ ਹੁੰਦੇ ਨੇ। ਪਹਿਲਾ ਉਪਾਅ ਹੁੰਦਾ ਸਾਡਾ ਸੇਵਾ ਭਾਵ, ਦੂਜਾ ਉਪਾਅ ਹੁੰਦਾ ਅਵੋਇਡ ਕਰਨਾ ਜਾਂ ਕਿਸੇ ਚੀਜ਼ ਤੋਂ ਬਚ ਕੇ ਨਿਕਲਣਾ, ਜਿਹਨੂੰ ਆਪਾਂ ਪਰਹੇਜ਼ ਕਹਿੰਦੇ ਨੇ ਕਿ ਸਾਨੂੰ ਨਹੀਂ ਕਰਨਾ ਚਾਹੀਦਾ। ਔਰ ਤੀਜੀ ਚੀਜ਼ ਹੈ ਕਿ ਆਪਾਂ ਕਿਹੜੀ ਚੀਜ਼ ਧਾਰਨ ਕਰੀਏ। ਹੁਣ ਆਪਾਂ ਆਨੇ ਆ ਸਿਲਸਿਲੇਵਾਰ, ਪਹਿਲੇ ਆਨੇ ਆ ਸੇਵਾ ਭਾਵ ਦੇ ਉੱਤੇ। ਸੇਵਾ ਭਾਵ ਦੇ ਵਿੱਚ ਇਹ ਹੈ ਕਿ ਬੁੱਧਵਾਰ ਨੂੰ ਸਵੇਰੇ ਉੱਠ ਕੇ ਤੁਸੀਂ ਨਹਾ ਧੋ ਕੇ ਘਰੋਂ ਪੇੜਾ ਬਣਾ ਕੇ ਤੇ ਗੁੜ ਲਿਜਾ ਕੇ ਗਊਸ਼ਾਲਾ 'ਚ ਜਾਓ, ਗਊ ਮਾਤਾ ਨੂੰ ਪੇੜਾ ਔਰ ਗੁੜ ਖਵਾਓ। ਔਰ ਭਾਰਤੀ ਸੰਸਕ੍ਰਿਤੀ ਦੇ ਮੁਤਾਬਕ ਜਿੱਦਾਂ ਆਪਾਂ ਵੱਡਿਆਂ ਤੋਂ ਆਸ਼ੀਰਵਾਦ ਲੈਂਦੇ ਆ, ਉੱਦਾਂ ਤੁਸੀਂ ਗਊ ਮਾਤਾ ਤੋਂ ਆਸ਼ੀਰਵਾਦ ਲਓ। ਔਰ ਦੂਜਾ ਇਹ ਹੈ ਕਿ ਜੇ ਤੁਸੀਂ ਆਸੇ-ਪਾਸੇ ਆਪਣੇ ਦੇਖਦੇ ਹੋ ਕਿ ਜੇ ਤੁਹਾਡੇ ਕੋਲ ਆਸੇ-ਪਾਸੇ ਕੋਈ ਵਿਕਲਾਂਗ ਜਾਨਵਰ ਨਜ਼ਰ ਆਉਂਦਾ ਹੈ, ਬਿੱਲੀ, ਕੁੱਤਾ ਜਾਂ ਕੋਈ ਹੋਰ ਮੱਝ, ਗਾਂ, ਜਿਹਨੂੰ ਕੋਈ ਪਕਸ਼ੀ ਹੋ ਸਕਦਾ, ਪਕਸ਼ੀ ਵੀ ਹੋ ਸਕਦਾ ਹੈ, ਤੇ ਤੁਸੀਂ ਉਹਨੂੰ ਬ੍ਰੈਡ ਔਰ ਦੁੱਧ ਕਿਸੇ ਦਿਨ ਵੀ ਚੌਹਾਨ ਸਾਹਿਬ ਨੂੰ ਖਵਾਇਆ ਜਾ ਸਕਦਾ ਹੈ। ਬ੍ਰੈਡ ਦੁੱਧ ਵੀ ਇੰਪੋਰਟੈਂਟ ਹੈ। ਹਾਂਜੀ। ਦੂਜਾ ਹੈਗਾ ਜੀ ਸਾਡਾ ਅਵੋਇਡ ਕਰਨਾ ਜਾਂ ਪਰਹੇਜ਼ ਕਰਨਾ। ਤੁਹਾਡੇ ਗ੍ਰਹਿਾਂ ਦੇ ਮੁਤਾਬਕ ਜੇ ਤੁਸੀਂ ਆਪਣੇ ਹਰੇ ਰੰਗ ਨੂੰ, ਯਾਨੀ ਕਿ ਹਰੇ ਰੰਗ ਕੱਪੜੇ ਪਾਉਣ ਨੂੰ ਪਰਹੇਜ਼ ਕਰੋ, ਦਾਲਾਂ ਖਾਣ ਤੋਂ ਪਰਹੇਜ਼ ਕਰੋ ਜਾਂ ਫਲ ਫਰੂਟ ਖਾਣ ਤੋਂ ਪਰਹੇਜ਼ ਕਰੋ। ਮਤਲਬ ਜੇ ਕੋਈ ਸਬਜ਼ੀ ਹਰੇ ਰੰਗ ਦੀ ਆ ਤੇ ਉਸ ਨੂੰ ਦਾਲ ਕਰੇਲੇ ਸਾਰੀਆਂ ਚੀਜ਼ਾਂ ਦੇ ਹੀ ਸ਼ੁੱਡ ਅਵੋਇਡ, ਪਲੀਜ਼ ਇਹਨੂੰ ਧਿਆਨ ਅਵੋਇਡ ਕਰਨਾ ਚਾਹੀਦਾ। ਔਰ ਤੀਜਾ ਹੈ ਕਿ ਧਾਰਨ ਕੀ ਕਰਨਾ ਹੈਗਾ ਕਿ ਤੁਹਾਡੀ ਜਿਹੜੀ ਕੁੰਡਲੀ ਦੇ ਮੁਤਾਬਕ ਹੈ, ਜੇ ਤੁਸੀਂ 5 ਤੋਂ 7 ਰੱਤੀ ਦਾ ਪੰਨਾ ਪੁਰਾਣੇ ਸੋਨੇ ਦੇ ਵਿੱਚ, ਧਿਆਨ ਰੱਖੋ ਕਿ ਪੁਰਾਣੇ ਸੋਨੇ ਦੇ ਵਿੱਚ ਬੁੱਧਵਾਰ ਨੂੰ ਧਾਰਨ ਕਰਨਾ, ਆਪਣੇ ਖੱਬੇ ਹੱਥ ਦੀ
ਫਿੰਗਰ ਦੇ ਵਿੱਚ, ਤੀਜੀ ਫਿੰਗਰ ਦੇ ਵਿੱਚ ਤੁਸੀਂ ਇਹਨੂੰ ਧਾਰਨ ਕਰੋਗੇ ਤੇ ਤੁਹਾਡਾ ਜਿਹੜਾ ਇਹ ਹੈ ਇਹ ਤੁਹਾਡਾ ਉਪਾਅ ਬਹੁਤ ਵਧੀਆ ਹੋਏਗਾ। ਔਰ ਮੈਨੂੰ ਪੂਰੀ ਉਮੀਦ ਹੈ ਕਿ ਇਹ ਉਪਾਅ ਕਰਨ ਤੋਂ ਬਾਅਦ ਤੁਹਾਡਾ ਜਿਹੜਾ ਬਾਹਰ ਜਾਣ ਦਾ ਕੰਮ ਹੈ ਉਹ ਬੜੀ ਛੇਤੀ ਬਣ ਜਾਏ। ਹੁਣ ਇਹਨੂੰ ਆਪਾਂ ਨਾਲ ਨੰਬਰੋਲੋਜੀਕਲੀ, ਐਸਟ੍ਰੋਲੋਜੀ ਦੇ ਤੁਸੀਂ ਆਪਣੇ ਵਿਊਜ਼ ਦਿੱਤੇ ਨੇ। ਦੋ ਕੁ ਚੀਜ਼ਾਂ ਮੈਂ ਚਾਹੁੰਦਾ ਕਿ ਇਹਦੇ ਵਿੱਚ ਐਡ ਕਰਦਾ। ਨਰਿੰਦਰ ਜੀ, ਤੁਸੀਂ ਮੈਨੂੰ ਮੇਰਾ ਰੈਫਰੈਂਸ ਦਿੱਤਾ ਸੀਗਾ ਜਿਹੜਾ ਪਰਸੋਂ ਨੰਬਰੋਲੋਜੀ ਦਾ ਪ੍ਰੋਗਰਾਮ ਸੀ। ਸਭ ਤੋਂ ਪਹਿਲਾਂ ਆਪਾਂ ਇੱਕ ਗੱਲ ਕਲੀਅਰ ਕਰ ਦਈਏ ਸਾਰੇ ਵਿਊਜ਼ ਨੂੰ ਕਿ ਜਿੱਥੇ ਅਲੱਗ-ਅਲੱਗ ਡੇਟ ਆਫ ਬਰਥ, ਅਲੱਗ-ਅਲੱਗ ਨੰਬਰ ਦੀ ਆਪਾਂ ਕੱਲ੍ਹ ਗੱਲ ਕੀਤੀ ਸੀ। ਨੰਬਰੋਲੋਜੀ 'ਚ 7 ਨੰਬਰ ਜਿਹੜਾ ਆ ਉਹ ਪਾਰਟਿਕੂਲਰ ਉਹਨਾਂ ਬੰਦਿਆਂ ਲਈ ਜਿਨ੍ਹਾਂ ਦੀ ਡੇਟ ਆਫ ਬਰਥ 7, 16, 25 ਹੁੰਦੀ ਆ, ਜਿਨ੍ਹਾਂ ਦਾ ਸਿੰਗਲ ਨੰਬਰ 7 ਬਣਦਾ, ਉਹ ਵਿਦੇਸ਼ ਯਾਤਰਾ ਜਾਣ ਲਈ ਬਹੁਤ ਐਲੀਜੀਬਲ ਮੰਨੇ ਜਾਂਦੇ ਨੇ। ਲੱਕੀ ਵਰਡ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਨਹੀਂ ਹੁੰਦਾ, ਲੇਕਿਨ ਉਹਨਾਂ ਦੀਆਂ ਐਫਰਟਸ ਬੜੀਆਂ ਸਕਸੈਸਫੁਲ ਜਿਹੜੀਆਂ ਨੇ ਹੋ ਜਾਂਦੀਆਂ। ਸੋ ਪਹਿਲੀ ਕੋਸ਼ਿਸ਼ ਇਹ ਕਰਨੀ ਆ ਕਿ ਜੇ ਤਾਂ ਡੇਟ ਆਫ ਬਰਥ ਹੀ 7 ਆ, 16 ਆ, 25 ਆ ਤੇ ਬਹੁਤ ਵਧੀਆ, ਨਹੀਂ ਤਾਂ ਕੋਸ਼ਿਸ਼ ਇਹ ਕਰਨੀ ਆ ਕਿ ਮੈਂ ਇੱਥੇ ਬੈਠੇ ਨਰਿੰਦਰ ਜੀ ਕੈਲਕੂਲੇਟ ਕਰਦਾ ਸੀਗਾ ਕਿ ਤੁਹਾਡਾ ਨਾਮ ਆ ਨਰਿੰਦਰ ਕੁਮਾਰ। ਸੋ ਸਾਡੇ ਕੋਲ ਨੰਬਰੋਲੋਜੀ 'ਚ N ਸਟੈਂਡਸ ਫॉर ਨੰਬਰ 5, ਕੁਮਾਰ 'ਚ K ਸਟੈਂਡ ਫॉर 2। ਸੋ ਜੇ ਤੁਸੀਂ ਕਿਤੇ ਆਪਣੇ ਸਿਗਨੇਚਰ ਸ਼ਾਰਟ NK ਕਰਨੇ ਸ਼ੁਰੂ ਕਰ ਦਿਓ, ਵੈਸੇ ਤਾਂ ਨਰਿੰਦਰ ਦਾ ਨੰਬਰ ਵੀ 7 ਬਣਦਾ ਪਰ ਉਹਦਾ ਕੰਪਾਊਂਡ ਨੰਬਰ ਥੋੜਾ ਵੀਕ ਹੈ, ਡਬਲ ਨੰਬਰ ਵੀਕ ਹੈ। ਤੁਸੀਂ ਕਿਤੇ ਆਪਣੇ ਸਿਗਨੇਚਰ NK ਕਰਨੇ ਸ਼ੁਰੂ ਕਰ ਦਿਓ, ਆਪਣੇ ਆਪ ਨੂੰ ਫੇਮਸ NK ਨਾ ਕਰ ਲਓ, ਦੁਨੀਆ ਤੁਹਾਨੂੰ NK ਨਾ ਜਾਣੇ, ਤੁਹਾਡੀਆਂ ਫੇਸਬੁੱਕ ਵੈਬਸਾਈਟ NK ਹੋ ਜਵੇ, ਤਾਂ ਨੰਬਰੋਲੋਜੀਕਲੀ ਫੋਰਨ ਦੇ ਵਿੱਚ ਸੈਟਲ ਹੋਣ ਦੇ ਇਹਨਾਂ ਦੇ ਸਟਾਰਸ ਬਹੁਤ ਤੇਜ਼ ਹੋ ਜਾਣਗੇ ਔਰ ਬੜੇ ਇਹਨਾਂ ਦੀਆਂ ਜਿਹੜੀਆਂ ਐਫਰਟਸ ਆ ਉਹ ਕਾਮਯਾਬ ਜਿਹੜੀਆਂ ਨੇ ਉਹ ਹੋ ਜਾਣਗੀਆਂ। ਦੋ ਤਿੰਨ ਗੱਲਾਂ ਹੋਰ ਮੈਂ ਇਹਦੇ ਨਾਲ ਹੀ ਐਡ ਕਰਦਾ ਕਿ ਨੰਬਰੋਲੋਜੀ 'ਚ ਜਿੱਥੇ 7 ਨੰਬਰ ਬੜਾ ਇੰਪੋਰਟੈਂਟ ਆ, ਉੱਥੇ ਮੂਨ ਜਿਹੜਾ 2 ਔਰ 7 ਆ ਉਹ ਨੰਬਰੋਲੋਜੀ 'ਚ ਮੂਨ ਦੇ ਨੰਬਰ ਨੇ। ਸੋ ਅਗਰ ਆਪਾਂ ਜਿੱਦਾਂ ਤੁਸੀਂ ਗਾਈਡ ਕੀਤਾ ਨੰਬਰੋਲੋਜੀ ਦੇ ਵਿੱਚ ਵੀ ਥੋੜੇ ਜਿਹੇ ਉਪਾਏ ਕੀਰੋ ਨੇ ਨੰਬਰੋਲੋਜੀ ਨੂੰ ਥੋੜਾ ਜਿਹਾ ਆਪਣੇ ਢੰਗ ਨਾਲ ਕੀਤਾ। ਉਹ ਫੋਰਨਰ ਸੀ, ਫੋਰਨ ਦੀ ਸਟੱਡੀ ਹੋਰ ਸੀ, ਲੇਕਿਨ ਉਹ ਕਹਿੰਦੇ ਨੇ ਮੂਨ ਨਾਲ ਰਿਲੇਟਡ ਉਪਾਏ ਕਰੋ ਜਿੰਨੇ ਤੁਸੀਂ ਕਰ ਸਕਦੇ ਹੋ। ਜਿੱਦਾਂ ਸਾਡਾ ਜੋਤਿਸ਼ ਕਹਿੰਦਾ ਕੇਤੂ ਨਾਲ ਰਿਲੇਟਡ ਉਪਾਏ ਕਰੋ। 7 ਨੰਬਰ ਜਿਹਦਾ ਬੰਦਾ ਹੋਵੇ, ਜਿਹਦਾ ਵੀ 7 ਨੰਬਰ ਬੰਦਾ ਹੋਵੇ, ਜਿਹਨੇ ਅਬਰੋਡ ਨਹੀਂ ਵੀ ਜਾਣਾ ਤਾਂ ਵੀ ਉਹ ਮੂਨ ਨਾਲ ਰਿਲੇਟਡ ਉਪਾਏ ਕਰੇ, ਮੂਨ ਨਾਲ ਰਿਲੇਟਡ 7 ਨੰਬਰ ਵਾਲੇ ਉਪਾਏ ਕਰੇ। ਔਰ ਇੱਕ ਚੀਜ਼ ਨਾਲ ਮੈਂ ਐਡ ਕਰ ਦਿੰਦਾ ਕਿ ਹਰ ਉਹ ਸ਼ਖਸ ਸਾਡੇ ਇਸ ਪ੍ਰੋਗਰਾਮ ਦਾ ਫਾਇਦਾ ਇਹੀ ਆ ਕਿ ਜਿੱਥੇ ਅਸੀਂ ਇੱਕ ਪਾਰਟਿਕੂਲਰ ਡੇਟ ਆਫ ਬਰਥ ਉਹਦੇ ਉਪਾਏ ਲੈਣੇ ਨੇ, ਉੱਥੇ ਕੁਝ ਇਦਾਂ ਦੀਆਂ ਗੱਲਾਂ ਕਰਨੀਆਂ ਜਿਹੜੀਆਂ ਜਰਨਲ ਸਾਰਿਆਂ ਦਾ ਹੀ ਅੱਛਾ ਹੋਵੇ। ਸੋ ਜਿਸ ਵੀ ਸ਼ਖਸ ਨੇ ਆਪਣੀ ਲਾਈਫ ਦੇ ਵਿੱਚ ਫੋਰਨ ਲਈ ਸੈਟਲ ਹੋਣਾ, ਉਹ ਪਹਿਲਾ ਪਰਹੇਜ਼ ਇਹ ਕਰੇ ਕਿ ਉਹ ਨਾਨ ਵੈਜ ਛੱਡ ਦੇ ਜਾਂ ਐਟਲੀਸਟ ਫਿਸ਼ ਖਾਣੀ 100% ਕਰ ਦੇ। ਈਵਨ ਕਿ ਕਿਤੇ ਅੱਗੇ ਜਾ ਕੇ ਇਹ ਵੀ ਇੱਕ ਬੁੱਕ ਦੇ ਵਿੱਚ ਮੈਂ ਪੜ੍ਹਿਆ ਹੋਇਆ, ਬਹੁਤ ਪੁਰਾਣੀ ਬੁੱਕ ਸੀ, ਕਿ ਜਿਹੜੇ ਇੰਪੋਰਟ ਐਕਸਪੋਰਟ ਦਾ ਕੰਮ ਕਰਦੇ ਨੇ, ਜਿਹਨਾਂ ਦਾ ਪੈਸਾ ਵਿਦੇਸ਼ਾਂ ਤੋਂ ਕਮਾਈ ਆ ਕਿਸੇ ਵੀ ਤਰ੍ਹਾਂ ਦੀ, ਉਹ ਫਿਸ਼ ਨਾਲ ਰਿਲੇਟਡ ਰਣਦੀਪ ਜੀ ਚੀਜ਼ਾਂ ਨੂੰ ਉਹ ਅਵੋਇਡ ਕਰਨ, ਰਾਦਰ ਉਹਨਾਂ ਨੂੰ ਫਿਸ਼ ਫੀਡਿੰਗ ਕਹੀ ਆ, ਉਹਨਾਂ ਨੂੰ ਮੰਡੇ ਦੇ ਉਪਾਏ ਕਹੇ ਨੇ। ਸੋ ਮੈਂ ਆਪਣੇ ਸ਼ਾਸਤਰਾਂ ਦੇ ਮੁਤਾਬਕ ਇਹ ਚੀਜ਼ ਹਮੇਸ਼ਾ ਦੱਸਦਾ ਕਿ ਮੰਡੇ, ਚੰਦਰਮਾ, ਸ਼ਿਵ ਨੇ ਸਾਡੇ ਜਿਹੜੇ ਆਰਾਧਿਆ ਦੇਵਤਾ ਨੇ, ਉਹ ਡੈਡੀ ਸ਼ਿਵ। ਸੋ ਅਗਰ ਹਰ ਉਹ ਸ਼ਖਸ ਜਿਹੜਾ ਬਾਹਰ ਦਾ ਕਰਨਾ ਚਾਹੁੰਦਾ, ਅਗਰ ਉਹ ਮੰਡੇ ਵਾਲੇ ਦਿਨ ਸ਼ਿਵ ਨੂੰ ਤੇ ਆਵੇ, ਸ਼ਿਵ ਦੀਆਂ ਪਸੰਦ ਦੀਆਂ ਚੀਜ਼ਾਂ ਕਰੇ, ਕੱਚੀ ਲੱਸੀ ਚੜਾ ਕੇ ਆਵੇ, ਸ਼ਿਵ ਨਾਲ ਰਿਲੇਟਡ ਸਿਮਰਨ ਪਾਠ, ਉਹ ਕੋਈ ਵੀ ਹਰ ਧਰਮ ਦਾ ਬੰਦਾ ਆਪਣੇ ਆਪਣੇ ਹਿਸਾਬ ਨਾਲ ਕਰ ਸਕਦਾ, ਲੇਕਿਨ ਉਹ ਜਿਹੜਾ ਮੰਡੇ ਨੂੰ ਐਟਲੀਸਟ ਉਹ ਹਰ ਉਹ ਕੰਮ ਕਰੇ, ਮੰਦਰ ਜਾਵੇ। ਔਰ ਥਰਡ ਚੀਜ਼ ਜਿਹੜੀ ਆ, ਫਿਸ਼ ਫੀਡਿੰਗ ਕਰੇ, ਬਾਰ-ਬਾਰ ਮੱਛੀਆਂ ਨੂੰ ਆਟਾ ਪਾਵੇ। ਬਹੁਤ ਮਾਨਤਾ ਹੈ ਇਹਦੀ, ਫਿਸ਼ ਨੂੰ ਦਲੀਆ ਪਾਣਾ ਜਿਹੜਾ ਆ ਉਹ ਫੋਰਨ ਦੇ ਬੜੇ, ਕਿਉਂਕਿ ਪਾਣੀ ਨੂੰ ਕ੍ਰਾਸ ਕਰਨਾ ਆ, ਪਾਣੀ 'ਚ ਰਹਿਣ ਵਾਲੇ ਜਿਹੜੇ ਜੀਵ ਨੇ ਉਹਨਾਂ ਦਾ ਜਿਹੜਾ ਆਸ਼ੀਰਵਾਦ ਲੈਣਾ, ਕਿਤੇ ਨਾ ਕਿਤੇ ਸਾਇੰਸ ਇਹ ਲੌਜੀਕ ਵਾਲੀ ਸੀਗੀ। ਜੇ ਗਊ ਦਾ ਦੱਸਿਆ ਆ ਤਾਂ ਇਹਦੇ ਪਿੱਛੇ ਇੱਕ ਰੀਜ਼ਨ ਨੇ, ਜੇ ਫਿਸ਼ ਫੀਡਿੰਗ ਆ ਫੋਰਨ ਜਾਣ ਲਈ ਇਹਦੇ ਪਿੱਛੇ ਇੱਕ ਜਿਹੜੇ ਨੇ ਰੀਜ਼ਨ ਨੇ। ਇਹ ਚੀਜ਼ਾਂ ਜਿਹੜੀਆਂ ਨੇ ਤੁਸੀਂ ਅਗਰ ਆਪਣੇ ਵਾਸਤੂ ਨੂੰ ਸਾਰਾ ਕੁਝ ਸੈੱਟ ਰੱਖੋ। ਔਰ ਥਰਡ ਇੱਕ ਹੋਰ ਚੀਜ਼ ਆਉਂਦੀ ਆ, ਸਟੋਨਸ ਦੀ ਗੱਲ ਆ। ਟੇਵਾ ਇਹ ਕਹਿੰਦਾ ਕਿ ਤੁਸੀਂ ਪੰਨਾ ਪਾਓ, ਵੈਰੀ ਗੁੱਡ, ਪੰਨਾ ਬਹੁਤ ਵਧੀਆ ਚੀਜ਼ ਆ, ਲੇਕਿਨ ਜਦੋਂ ਵੀ ਮੈਨੂੰ ਇਦਾਂ ਲੱਗਦਾ ਕਿ ਨੰਬਰੋਲੋਜੀ ਇਹ ਕਹਿੰਦੀ ਆ ਕਿ ਜਦੋਂ ਵੀ ਤੁਸੀਂ ਆਪਣੀ ਖੁਆਇਸ਼ ਪੂਰੀ ਕੋਈ ਕਰਨੀ ਆ ਤਾਂ ਵਾਈਟ ਪਰਲ, ਵਿਦੇਸ਼ ਯਾਤਰਾ ਨਾਲ ਖੁਆਇਸ਼ ਪੂਰੀ ਕਰਨੀ ਆ ਤਾਂ ਮੋਤੀ ਨੂੰ ਵੀ ਆਪਣੇ ਕੋਲ ਰੱਖੋ, ਕਿਉਂਕਿ ਮੋਤੀ ਫੇਰ ਚੰਦਰਮੇ ਦਾ ਹੋ ਗਿਆ। ਇਟ ਮੀਨਸ ਨੰਬਰੋਲੋਜੀ ਦੇ ਵਿੱਚ ਚੰਦਰਮੇ ਨੂੰ ਉਹਨਾਂ ਨੇ ਬਹੁਤ ਜ਼ਿਆਦਾ ਚੁੱਕਤਾ, ਚੰਦਰਮੇ ਦੀ ਵੈਲਿਊ ਆ। ਸੋ ਮੈਨੂੰ ਲੱਗਦਾ ਕਿ ਨਰਿੰਦਰ ਜੀ ਤੁਸੀਂ ਸੁਣਦੇ ਪਏ ਆ ਰਹੀ ਆਵਾਜ਼ ਕਿ ਹੈਡਫੋਨ ਠੀਕ ਹੈ। ਸੋ ਤੁਸੀਂ ਅਗਰ ਹੋ ਸਕੇ ਤਾਂ ਇਹਨਾਂ ਅਗਰ ਸਾਰੀਆਂ ਚੀਜ਼ਾਂ ਦਾ ਜਿਹੜਾ ਤੁਸੀਂ ਕੁਝ ਕਹਿਣਾ ਚਾਹੁੰਦੇ ਸੀ? ਹਾਂਜੀ ਚੌਹਾਨ ਸਾਹਿਬ, ਜਿਹੜਾ ਤੁਸੀਂ ਮੋਤੀ ਦੱਸਿਆ ਹੈ, ਲੋਕਟ 'ਚ ਪਾਣਾ ਹੈ ਕਿ ਮੁੰਦਰੀ 'ਚ ਪਾਣਾ? ਦੇਖੋ ਫਿਰ ਮੈਨੂੰ ਲੱਗਦਾ ਕਿ ਇਹਦੇ ਵਿੱਚ ਫਿਰ ਆਪਾਂ ਨੂੰ ਸਾਰੀਆਂ ਸਟੋਨ ਦੀਆਂ ਵਿਧੀਆਂ ਸਮਝਣੀਆਂ ਪੈਣੀਆਂ ਨੇ ਕਿ ਚੈਸਟ ਨਾਲ ਟੱਚ ਕਰਾਉਣ ਲਈ ਸਾਨੂੰ ਕਦੋਂ ਲੋੜ ਪੈਂਦੀ ਹੈ, ਜਦੋਂ ਅਸੀਂ ਬਹੁਤ ਤੇਜ਼ ਇਫੈਕਟ ਕਰਾਣੇ ਹੁੰਦੇ ਆ। ਮੋਤੀ ਲਾਸਟ 2 ਫਿੰਗਰ 'ਚ ਪਾਣਾ, ਜਿਹੜੀਆਂ ਸਾਡੇ ਹੱਥ ਦੀਆਂ ਲਾਸਟ 2 ਫਿੰਗਰਸ ਨੇ
ਉਹਨਾਂ 'ਚ ਪਾਣਾ ਜਿਹੜਾ ਬਹੁਤ ਸ਼ੁਭ ਮੰਨਿਆ ਜਾਂਦਾ। ਔਰ ਇੱਕ ਗੱਲ ਮੈਂ ਹੋਰ ਕਰਦਾ ਵਿੱਚ ਨਾਲ ਹਲਕੀ ਜਿਹੀ ਸਟੋਨਸ ਦੀ, ਕਿ ਕੁਝ ਸਟੋਨਸ ਇਦਾਂ ਦੇ ਨੇ ਜਿਹੜੇ ਹਰੇਕ ਲਈ ਪੋਜ਼ਿਟਿਵ ਨੇ, ਕੁਝ ਸਟੋਨਸ ਹਰੇਕ ਲਈ ਨੈਗੇਟਿਵ ਨੇ। ਪਰਲ ਮੋਤੀ ਹਰ ਬੰਦੇ ਲਈ ਪਾਣਾ ਬਹੁਤ ਯੂਜ਼ਫੁਲ ਹੈ, ਕਿਉਂਕਿ ਮੋਤੀ ਤੁਹਾਡੇ ਸਿਮਰਨ ਨੂੰ, ਤੁਹਾਡੇ ਕੀਤੇ ਹੋਏ ਪਾਠ ਨੂੰ ਆਪਣੀ ਕੋਲ ਰੱਖਦਾ। ਇੱਕ ਹਲਕਾ ਜਿਹਾ ਪਰਹੇਜ਼ ਮੋਤੀ ਦਾ ਦੱਸਿਆ ਜਾਂਦਾ ਕਿ ਮੋਤੀ ਪਾਉਣ ਵਾਲਾ ਬੰਦਾ ਸਿਮਰਨ ਬਹੁਤ ਕਰਦਾ ਹੋਵੇ, ਲੇਕਿਨ ਅਗਰ ਉਹਦੀ ਬਾਡੀ 'ਚ ਬਹੁਤ ਪੇਨਸ ਹੋਣ, ਮੋਤੀ ਠੰਡਾ ਹੁੰਦਾ, ਤੇ ਇਹਨੂੰ ਫਿਰ ਬਹੁਤ ਐਕਸਪਰਟ ਦੀ ਰਾਏ ਦੇ ਨਾਲ ਹੀ ਪਾਓ। ਅਗਰ ਉਹ ਪੇਨ ਨਹੀਂ ਆ ਤਾਂ ਮੈਂ ਗਰੰਟੀ ਦੇਣਾ, 25ਵਾਂ ਸਾਲ ਹੋਣ ਲੱਗਾ ਮੈਨੂੰ ਪਰਲ ਤੇ, ਕਿ ਇਹ ਜਦੋਂ ਚਾਹਣ ਕੋਈ ਵੀ ਮੋਤੀ ਪਾਵੇ ਔਰ ਮੋਤੀ ਪਾਉਣ ਤੋਂ ਬਾਅਦ ਸਿਮਰਨ ਜ਼ਰੂਰ ਕਰੇ, ਤਾਂ ਉਹਦਾ ਸਿਮਰਨ ਕਹਿੰਦੇ ਉਹ ਮੋਤੀ ਜਿਹੜਾ ਆ ਉਹ ਨਾਲ ਸੰਭਾਲ ਕੇ ਚੱਲਦਾ। ਤੁਸੀਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਰੋਗੇ। ਹੋਰ ਜੇ ਆਪਾਂ ਇਹਨੂੰ ਥੋੜਾ ਜਿਹਾ, ਜਿੱਦਾਂ ਆਪਾਂ ਨਮਰੋਲੋਜੀ ਦੀ ਗੱਲ ਕਰ ਸਕਦੇ ਹਾਂ, ਤੇ ਮੈਂ ਵਿੱਚ ਜੇ ਇੱਕ ਟੌਪਿਕ ਤੇ ਬਹੁਤ ਗੱਲ ਨਹੀਂ ਕੀਤੀ, ਕਿਉਂਕਿ ਪਾਮਿਸਟਰੀ ਜਿਹੜਾ ਹੈਂਡ ਆ ਇਹ ਬਹੁਤ ਜ਼ਿਆਦਾ ਹੀ ਡੀਪ ਆ। ਮੈਨੂੰ ਲੱਗਦਾ ਹੀ ਨਹੀਂ ਕਿ ਇਹਨੂੰ ਕਦੀ ਇੱਕ, ਜੇ ਮੈਂ ਪ੍ਰੋਗਰਾਮ ਕੋਈ ਸ਼ੁਰੂ ਕਰਾਂ ਤੇ ਮੈਨੂੰ ਲੱਗਦਾ ਕਿ ਕਈ ਸਾਲ ਲੱਗ ਜਾਣੇ ਨੇ ਸਿਰਫ ਪਾਮਿਸਟਰੀ ਦੀਆਂ ਵਿਧੀਆਂ ਸਮਝਣ ਤੇ, ਹਨਾ। ਸੋ 7 ਤਰ੍ਹਾਂ ਦੇ ਹੱਥ ਹੁੰਦੇ ਨੇ, ਕ੍ਰੋਨਿਕ ਹੈਂਡ, ਸਾਈਕਿਕ ਹੈਂਡ, ਲੌਂਗ ਹੈਂਡ, ਨੈਰੋ ਹੈਂਡ, ਸਕੁਅਰ ਹੈਂਡ, ਹਨਾ, ਹਰ ਤਰ੍ਹਾਂ ਦੇ ਹੱਥ ਨੇ। ਸੋ ਇੱਕ ਮਾਊਂਟ ਹੁੰਦਾ ਜਿਹੜਾ ਸਾਡੇ ਲਾਸਟ ਫਿੰਗਰ ਤੇ ਹੁੰਦਾ, ਦੈਟ ਇਜ਼ ਮਾਊਂਟ ਆਫ ਲੂਨਾ। ਇਹਨੂੰ ਹੈਵੀ ਹੋਣਾ ਚਾਹੀਦਾ, ਔਰ ਫਿਰ ਇਹਨੂੰ ਹੈਵੀ ਕਰਨ ਦੇ ਕੀ ਢੰਗ ਨੇ, ਕਿਉਂਕਿ ਮਾਊਂਟ ਆਫ ਲੂਨਾ ਜਿਹਦਾ ਹੈਵੀ ਹੋਵੇ ਔਰ ਜਿਹਦੀਆਂ ਲਾਈਨਸ ਜਿਹੜੀਆਂ ਨੇ, ਜਿਹਨੂੰ ਆਪਾਂ ਟਰੈਵਲ ਐਂਡ ਵੋਇਜ ਲਾਈਨ ਕਹਿੰਦੇ ਆ, ਅਗਰ ਇਹ ਉਹਦੀਆਂ ਸਟਰੋਂਗ ਹੋਣ ਤਾਂ ਉਹਦੇ ਵਿਦੇਸ਼ ਯਾਤਰਾ ਦੇ ਯੋਗ, ਮੈਂ ਪੂਰੀ ਜੋਤਿਸ਼ ਦੀ ਭਾਸ਼ਾ ਹੀ ਬੋਲਣੀ ਚਾਹੁੰਦਾ ਕਿ ਪੂਰੇ ਜਿਹੜੇ ਯੋਗ ਬੰਦੇ ਨੇ ਉਹਦੇ ਯੋਗ ਬਾਹਰ ਜਾਂਦੀਆਂ ਜਿਹੜੇ ਨੇ ਉਹ ਬਹੁਤ ਖੁੱਲ ਜਾਂਦੇ ਨੇ। ਸੋ ਕੁਝ ਉਪਾਅ ਇਦਾਂ ਦੇ ਨੇ ਜਿਹੜੇ ਹਰੇਕ ਲਈ। ਸੋ ਇਹਦੇ ਬਾਰੇ ਮੈਨੂੰ ਲੱਗਦਾ ਕਿ ਆਪਾਂ ਜੇ ਉਹ ਸੈਟੀਸਫਾਈਡ ਹੋ ਗਏ ਹੋਣਗੇ। ਸੋ ਜੇ ਆਪਾਂ ਕੁਝ, ਆਪਾਂ ਇੱਕ ਗੱਲ ਹੋਰ ਸੀ ਕਿ ਮੈਨੂੰ ਲਾਸਟ ਪ੍ਰੋਗਰਾਮ ਜਿਹੜੇ ਨੇ ਉਹ 40 ਮਿੰਟਸ ਦੇ ਚੱਲ ਗਏ। ਕਈਆਂ ਨੂੰ ਡਾਊਨਲੋਡ ਕਰਨ ਦੇ ਵਿੱਚ ਜਿਹੜੀ ਆ ਉਹ ਬਹੁਤ ਪ੍ਰੋਬਲਮ ਆਈ ਆ। ਮੈਨੂੰ ਸਪੈਸ਼ਲ ਮੈਸੇਜ ਕੀਤਾ ਕਿ ਤੁਸੀਂ ਗੱਲ ਡਿਟੇਲ ਨਾਲ ਕਰ ਲਓ, ਪਰ ਸ਼ਾਰਟ ਮੈਸੇਜ ਰੱਖੋ ਤਾਂ ਕਿ ਅਸੀਂ ਇਹਨੂੰ ਈਜ਼ੀਲੀ ਪੜ੍ਹ ਵੀ ਸਕੀਏ, ਆਪਣੇ ਭੈਣਾਂ ਭਰਾਵਾਂ ਨੂੰ ਸੈਂਡ ਵੀ ਕਰ ਸਕੀਏ। ਸੋ ਮੈਨੂੰ ਲੱਗਦਾ ਕਿ ਮੈਂ ਅੱਜ ਡਿਸਾਈਡ ਕੀਤਾ ਸੀਗਾ ਕਿ ਆਪਾਂ 2 ਕੁਐਸਚਨਸ ਜਿਹੜੇ ਨੇ ਮੈਨੂੰ ਲੱਗਦਾ ਮੇਨ ਲਈਏ, ਉੱਥੇ ਡਿਟੇਲ 'ਚ ਗੱਲ ਕਰ ਲਈਏ, ਫਿਰ ਆਪਾਂ ਅਗਲੇ ਪ੍ਰੋਗਰਾਮ ਤੇ ਜਿਹੜੀ ਵੀ ਗੱਲ ਕਰ ਲਈਏ। ਸੋ ਅਗਲਾ ਪ੍ਰਸ਼ਨ ਹੈ ਸਾਡਾ ਜੀ ਸੁਲਤਾਨਪੁਰ। ਸੁਲਤਾਨਪੁਰ ਗੁਰੂ ਦੀ ਧੰਨ ਗੁਰੂ ਨਾਨਕ ਸਾਹਿਬ ਦੀ ਨਗਰੀ ਹੈ ਜੀ, ਮੇਰੀ ਬਹੁਤ ਫੇਵਰੇਟ, ਮੇਰੇ ਬਹੁਤ ਅੱਛੇ ਮਿੱਤਰ, ਬਹੁਤ ਹੀ ਪਿਆਰ ਕਰਨ ਵਾਲੀਆਂ ਸ਼ਖਸੀਅਤਾਂ ਜਿਹੜੀਆਂ ਨੇ ਉੱਥੇ ਰਹਿੰਦੀਆਂ ਨੇ। ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ। 10/2/95 95 ਇਹਨਾਂ ਦੀ ਡੇਟ ਆ। ਇਹਨਾਂ ਨੇ ਮੈਨੂੰ ਕਿਹਾ ਸੀ ਮੈਂ ਆਨਲਾਈਨ ਆਉਂਗੀ, ਪਰ ਇਹ ਆਏ ਨਹੀਂ, ਇਹਨਾਂ ਦਾ ਉਹ ਲਾਕਡਾਊਨ ਚੱਲਦਾ ਪਿਆ, ਮੈਸੇਜ ਆਉਂਦਾ ਪਿਆ। 95 10 ਡੇਟ ਆਫ ਬਰਥ ਆ। ਇਹ ਇੱਕ ਮਦਰ ਨੇ ਜਿਨ੍ਹਾਂ ਦੀ ਬੇਟੀ ਦਾ ਨਾਮ ਉਹਨਾਂ ਨੇ ਕੀਰਤ ਐਸ ਲਿਖਿਆ। ਹਾਂਜੀ, ਕੀਰਤ ਐਸ। ਮੈਨੂੰ ਐਸ ਦਾ ਮਤਲਬ ਉਹਨਾਂ ਨੇ ਲਿਖਿਆ ਨਹੀਂ। ਠੀਕ ਹੈ ਜੀ। ਸੋ ਉਹਨਾਂ ਨੇ ਕਿਹਾ ਕਿ ਇਹਦਾ 2 ਵਾਰ ਜਿਹੜਾ ਰਿਸ਼ਤਾ ਆ ਉਹ ਹੋ ਕੇ ਟੁੱਟ ਗਿਆ। ਅਸੀਂ ਇੱਕ ਵਾਰੀ ਇਹਦੀ ਪਸੰਦ ਸੀ ਕੋਈ, ਉੱਥੇ ਅਸੀਂ ਹੋ ਨਹੀਂ ਸਕੇ, ਡਿਸਟਰਬ ਹੋ ਗਈ, ਔਰ ਇਹਨੇ ਫਿਰ ਬਾਅਦ 'ਚ ਘਰਦਿਆਂ ਦੇ ਕਹਿਣ ਤੇ ਸਾਡੀ ਸਹਿਮਤੀ ਨਾਲ, ਫੈਮਿਲੀ ਦੀ ਸਹਿਮਤੀ ਨਾਲ ਜਿਹੜਾ ਆ ਉਹਨੇ ਰਿਸ਼ਤਾ ਕੀਤਾ, ਪਰ ਕਿਸੇ ਕਾਰਨਾਂ ਕਰਕੇ ਉਹ ਕਹਿੰਦੇ ਇਸ ਜਨਵਰੀ 'ਚ ਉਹ ਵੀ ਟੁੱਟ ਗਿਆ। ਬੱਚੀ ਬਹੁਤ ਡਿਪਰੈਸ ਆ, ਬਹੁਤ ਟੈਨਸ਼ਨ ਦੇ ਵਿੱਚ ਆ, ਤੇ ਉਹਨਾਂ ਨੇ ਇਹ ਟਾਈਮ ਭੇਜਿਆ ਆ। ਇਹਦੀ ਕੁੰਡਲੀ ਜਿਹੜੀ ਆ ਉਹ ਮੇਰੇ ਖਿਆਲ ਦਾ ਰਣਦੇਵ ਸਾਹਿਬ ਤੁਹਾਡੇ ਤੇ ਆ ਗਈ ਆ। ਸੋ ਆਪਾਂ ਪਹਿਲਾਂ ਪ੍ਰਾਚੀਨ ਜੋਤਿਸ਼ ਦੇ ਹਿਸਾਬ ਨਾਲ ਇੱਥੇ ਗੱਲ ਕਰੀਏ ਕਿ ਉਹ ਆਉਣ ਦੀ ਕੋਸ਼ਿਸ਼ ਕਰਦੇ ਪਏ ਨੇ, ਪਰ ਮੈਨੂੰ ਲੱਗਦਾ ਉਹਨਾਂ ਦੀ ਨੈਟ ਦੀ ਪ੍ਰੋਬਲਮ ਆਪਾਂ ਗੱਲ ਕਰੀਏ। ਹਾਂਜੀ, ਕਿਰਤ ਜੀ ਦੀ ਮਾਤਾ ਜੀ ਜਿਹੜੀ ਕੀਰਤ ਇਹਨਾਂ ਦਾ ਨਾਮ ਆ ਕੀਰਤ। ਇਹਨਾਂ ਸਪੈਲਿੰਗ ਲਿਖਿਆ ਹੋਇਆ KEET। ਹਾਂਜੀ, ਕੀਰਤ ਜੀ ਇਹਨਾਂ ਦੀ ਜਿਹੜੀ ਕੁੰਡਲੀ ਹੈ ਉਹ ਮਿਥੁਨ ਲਗਨ ਦੀ ਹੈ। ਅੱਜ ਆਪਾਂ ਕੋਸ਼ਿਸ਼ ਕਰਨੀ ਰਣਦੇਵ ਸਾਹਿਬ ਥੋੜਾ ਜਿਹਾ ਸਾਫ਼ ਤੇ ਉੱਚੀ ਬੋਲਣਾ, ਕਿਉਂਕਿ ਸਾਡੇ ਕੋਲ ਮਾਈਕ ਦੀ ਫੈਸਿਲਿਟੀ ਤਾਂ ਐਨੀ ਵਾਇਰਿੰਗ ਸਿਸਟਮ ਨਹੀਂ। ਹਾਂਜੀ, ਕੀਰਤ ਜੀ ਜਿਹੜੀ ਕੁੰਡਲੀ ਹੈ ਜੀ ਉਹ ਹੈਗੀ ਹੈ ਮਿਥੁਨ ਲਗਨ ਦੀ, ਔਰ ਇਹਨਾਂ ਦੇ ਵਿੱਚ ਜਿਹੜਾ ਮੇਨ ਕਾਰਕ ਹੈਗਾ ਕਿ ਰਾਹੂ ਜਿਹੜਾ ਹੈਗਾ ਆਪਣੇ ਨੀਚ ਸਥਾਨ ਤੇ ਹੈ, ਜਿਸ ਕਰਕੇ ਕੀਰਤ ਦਾ ਰਿਸ਼ਤਾ ਜਿਹੜਾ ਬਾਰ-ਬਾਰ ਟੁੱਟਦਾ ਹੈ ਜਾਂ ਨਹੀਂ ਹੋ ਪਾ ਰਿਹਾ। ਠੀਕ ਹੈ ਜੀ। ਇਸ ਵਾਸਤੇ ਇਹਨਾਂ ਦੇ ਲਈ ਕੁਝ ਉਪਾਅ ਕਰਨੇ ਆ। ਉਹਨਾਂ ਵਿੱਚੋਂ ਪਹਿਲਾ ਹੈ ਕਿ ਤੁਸੀਂ ਕਿਸੇ ਵੀ ਧਾਰਮਿਕ ਜਗ੍ਹਾ ਤੇ ਰਿਪੇਅਰ ਵਰਕ ਕਰਵਾਉਣਾ ਹੈ, ਚਾਹੇ ਉਹ ਦਰਵਾਜ਼ਿਆਂ ਦੀ ਰਿਪੇਅਰ ਹੋਵੇ, ਖਿੜਕੀਆਂ ਦੀ ਰਿਪੇਅਰ ਹੋਵੇ, ਸ਼ੀਸ਼ੇ ਦਾ ਕੰਮ ਹੋਵੇ, ਗੇਟ ਗ੍ਰਿਲਾਂ ਦਾ ਕੰਮ ਹੋਵੇ, ਜਾਂ ਕੋਈ ਦੀਵਾਰ ਜਾਂ ਛੱਤ ਦੀ ਕੋਈ ਰਿਪੇਅਰ ਕਰਾਣੀ ਹੋਵੇ, ਤੇ ਤੁਸੀਂ ਇਸ ਦੀ ਰਿਪੇਅਰ ਦਾ ਕੰਮ ਕਰਵਾ ਸਕਦੇ ਹੋ। ਇੱਕ ਇਹਦੇ ਵਿੱਚ ਥੋੜਾ ਜਿਹਾ ਹੋਰ ਕੁਐਸਚਨ ਆਪਾਂ ਕੁਐਸਚਨ ਮੈਂ ਪੁੱਛ ਲੈਣਾ ਇਹਨਾਂ ਵੱਲੋਂ ਕਿ ਕਿਉਂਕਿ ਮੈਂ ਇਹਨੂੰ ਬਹੁਤ ਅੱਗੇ ਨਹੀਂ ਸੁਣਿਆ ਸੀ ਇਸ ਉਪਾਅ ਨੂੰ, ਕਿ ਜੇ ਉੱਥੇ ਆਲਰੇਡੀ ਜਿੱਦਾਂ ਸਾਡੇ ਜਲੰਧਰ ਦੇ ਵਿੱਚ ਇਸ ਵੇਲੇ ਡਿਫੈਂਸ ਕਲੋਨੀ ਸਾਹਿਬ ਦਾ, ਮਾਲਟਨ ਦੇ ਗੁਰਦੁਆਰਾ ਸਾਹਿਬ ਦੀ ਉਹ ਜਿਹੜੀ ਨਿਰਮਾਣ ਉਹ ਸਾਰੀ ਚੱਲਦੀ ਪਈ ਆ, ਸਾਰਿਆਂ ਦੇ ਵਿੱਚ ਯੋਗਦਾਨ ਦਿੱਤਾ ਜਾ ਸਕਦਾ। ਉਹ ਜਾ ਕੇ ਪੈਸੇ ਦੇ ਦੇਣ ਜਾਂ ਪਾਰਟਿਕੂਲਰ ਸਮਾਨ ਲੈ ਕੇ, ਸੀਮੈਂਟ ਲੈ ਕੇ ਦਿੱਤਾ ਜਾ ਸਕਦਾ ਹੈ, ਇੱਟਾਂ ਲੈ ਕੇ ਦਿੱਤੀਆਂ ਜਾ ਸਕਦੀਆਂ, ਲੋਹਾ ਲੈ ਕੇ ਦਿੱਤਾ ਜਾ ਸਕਦਾ ਹੈ, ਸ਼ੀਸ਼ਾ ਲੈ ਕੇ ਦਿੱਤਾ ਜਾ ਸਕਦਾ ਹੈ। ਸ਼ੀਸ਼ੇ ਦੀ ਬਹੁਤ ਅਹਿਮੀਅਤ ਆ, ਮੈਂ ਪੜਿਆ ਸੀ। ਕੋਸ਼ਿਸ਼ ਕਰੋ ਜੇ ਲੋਹਾ
ਤੇ ਸ਼ੀਸ਼ਾ ਦਾਨ ਕੀਤਾ ਜਾਵੇ, ਉਹ ਸਭ ਤੋਂ ਵਧੀਆ ਹੈ। ਬਹੁਤ ਅੱਛਾ, ਠੀਕ ਹੈ ਜੀ। ਬਹੁਤ ਅੱਛਾ। ਤੇ ਦੂਜਾ ਹੈ ਇਹਦੇ ਲਈ ਕੋਈ ਦਿਨ ਨਹੀਂ, ਇਹਨੂੰ ਜਦੋਂ ਤੁਸੀਂ ਮਰਜ਼ੀ ਕਰ ਸਕਦੇ ਮਰਜ਼ੀ ਆ। ਆਪਾਂ ਕਰ ਸਕਦੇ। ਅਗਲਾ ਜਿਹੜਾ ਉਪਾਅ ਹੈ ਜੀ, ਉਹ ਸਪੈਸ਼ਲ ਤੁਸੀਂ ਸ਼ਨੀਵਾਰ ਨੂੰ ਹੀ ਕਰਨਾ ਹੈ। ਔਰ 25 ਗ੍ਰਾਮ ਦਾ ਗੇਰੂ ਲੈ ਕੇ, ਰੈੱਡ ਕਲਰ ਦਾ ਗੇਰੂ ਇੱਕ ਗੇਰੂ ਹੁੰਦਾ ਬਾਜ਼ਾਰ ਤੋਂ ਅਵੇਲੇਬਲ ਪੰਸਾਰੀ ਦੀ ਦੁਕਾਨ ਤੋਂ ਆਰਾਮ ਨਾਲ ਮਿਲ ਜਾਂਦਾ ਹੈ। ਤੇ ਤੁਸੀਂ ਸ਼ਨੀਵਾਰ ਨੂੰ ਇਸ ਨੂੰ ਰਾਹੂ ਕਾਲ ਦੇ ਵਿੱਚ, ਰਾਹੂ ਕਾਲ ਜਿਹੜਾ 9 ਤੋਂ 10:30 ਹਰ ਸ਼ਨੀਵਾਰ ਹੁੰਦਾ ਹੈ, ਇਸ ਦੌਰਾਨ ਹੀ ਮੈਂ ਇਹ ਤੋਂ ਬਾਅਦ ਅਗਲਾ ਕੁਐਸਚਨ ਮਾੜੇ ਮੇਰਾ ਆ ਜਾਊਗਾ। ਇਸ ਦੌਰਾਨ ਤੁਸੀਂ ਇਹ 25 ਗ੍ਰਾਮ ਦਾ ਜਿਹੜਾ ਗੇਰੂ ਹੈ ਗੰਦੇ ਨਾਲੇ 'ਚ ਪਾਣਾ। ਯਾਦ ਰੱਖਣਾ ਹੈ ਕਿ ਜਲ 'ਚ ਨਹੀਂ ਪਾਣਾ, ਗੰਦੇ ਨਾਲੇ 'ਚ ਪ੍ਰਵਾਹ ਕਰਨਾ ਹੈ। ਠੀਕ ਹੈ ਜੀ। ਔਰ ਜਿਹੜਾ ਤੀਜਾ ਇਹਦਾ ਹੈਗਾ ਹੈ, ਉਹ ਜਿਹੜਾ ਤੁਸੀਂ ਇਹ ਹੈਗਾ ਤੁਸੀਂ ਖਿਆਲ ਰੱਖਣਾ ਕਿ ਜਦੋਂ ਕੁੜੀ ਦਾ ਰਿਸ਼ਤਾ ਹੋ ਜਾਵੇ, ਵਿਆਹ ਤੋਂ ਪਹਿਲੇ ਇਹਦਾ ਕੁੰਭ ਵਿਆਹ ਕਰਨਾ ਜ਼ਰੂਰੀ ਹੈ। ਵੈਰੀ ਇੰਪੋਰਟੈਂਟ, ਵੈਰੀ ਇੰਪੋਰਟੈਂਟ, ਤਾਂ ਕਿ ਇਸ ਕੁੜੀ ਦਾ ਜਿਹੜਾ ਵਿਆਹ ਤੋਂ ਬਾਅਦ ਦੀ ਜਿਹੜੀ ਮੈਰਿਜ ਲਾਈਫ ਹੈ ਉਹ ਖੁਸ਼ਹਾਲ ਹੋ। ਚੌਹਾਨ ਸਾਹਿਬ ਇਹ ਜਿਹੜੇ ਮੇਨ 3 ਉਪਾਅ ਜੇ ਕਰ ਲੈਣਗੇ ਤੇ ਮੈਨੂੰ ਉਮੀਦ ਹੈ ਕਿ ਕੁੜੀ ਦਾ ਰਿਸ਼ਤਾ ਛੇਤੀ ਹੋ ਜਾਏਗਾ ਔਰ ਪਰਮਾਤਮਾ ਦੀ ਕਿਰਪਾ ਦੇ ਨਾਲ ਜਿਹੜੀ ਵਿਆਹੀ ਮੈਰਿਜ ਲਾਈਫ ਹੈ ਉਹ ਬਹੁਤ ਵਧੀਆ ਬੀਤੇ। ਅੱਛਾ ਰਣਦੇਵ ਸਾਹਿਬ, ਮੈਨੂੰ ਇਸ ਗੱਲ ਦਾ ਫੀਲ ਹੁੰਦਾ ਕਿ ਮੈਨੂੰ ਬਹੁਤ ਮਾਣ ਆ ਕਿ ਮੇਰੇ ਨਾਲ ਜਿਹੜੀਆਂ ਵੀ ਸ਼ਖਸੀਅਤਾਂ ਜੁੜੀਆਂ ਨੇ, ਹਰ ਤਰ੍ਹਾਂ ਦੇ ਪਰਸਨ ਜੁੜੇ ਨੇ, ਪਰ ਮੇਰੇ ਨਾਲ ਬਹੁਤ ਹੀ ਐਜੂਕੇਟਡ ਔਰ ਆਪਣੇ ਕਿੱਤਿਆਂ 'ਚ ਮਾਸਟਰਸ, ਮੈਂ ਰੈਂਕ ਦੇ ਜੇ ਨਾਂ ਲਵਾਂ ਤੇ ਸ਼ਾਇਦ ਉਹ ਬਹੁਤ ਹਾਈਫਾਈ ਜਿਹੜੀਆਂ ਹਸਤੀਆਂ ਨੇ, ਬਹੁਤ ਸੀਨੀਅਰ ਐਡਮਿਨਿਸਟ੍ਰੇਟਰ, ਡਾਕਟਰ, ਸੀਨੀਅਰ ਆਫੀਸਰ, ਡਿਫੈਂਸ, ਮਿਲਟਰੀ ਹੈ ਨਾ, ਨਾਲ ਜੁੜੇ ਨੇ। ਔਰ ਐਡਵੋਕੇਟ ਸਾਹਿਬ ਜਿੰਨੇ ਕਿ ਵੀ ਤੁਸੀਂ ਮਿਲਦੇ ਰਹੇ ਹੋ, ਹਰ ਇੱਕ ਦੇ ਦਿਮਾਗ ਦੇ ਵਿੱਚ ਜਿਹੜਾ ਆ ਜਾਂਦਾ ਕਿ ਅਗਲਾ ਇਹਦਾ ਲੌਜਿਕ ਕੀ ਆ, ਹਨਾ। ਸੋ ਮੈਂ ਬਹੁਤ ਲੌਜਿਕ ਦੇ ਵਿੱਚ ਤਾਂ ਨਹੀਂ ਜਾਣਾ ਚਾਹੂੰਗਾ। ਮੈਨੂੰ ਕੋਬੀ ਬਾਬਾ ਮੇਰਾ ਬੜਾ ਪਸੰਦ ਆ, ਵਿਆਹ ਆ। ਮੈਨੂੰ ਸਾਰੇ ਪੁੱਛਦੇ ਹੁੰਦੇ ਸੀਗੇ ਕਿ ਕਈ ਵਾਰੀ ਕੋਈ ਹੱਸ ਕੇ ਪੁੱਛਦੇ ਹੁੰਦੇ ਸੀ ਕਿ ਇਹਦੇ ਨਾਲ ਕੀ ਹੋ ਜਾਣਾ, ਤੁਸੀਂ ਮੰਦਿਰ 'ਚ ਜਾ ਕੇ ਮਟਕੇ ਨਾਲ ਜਿਹੜਾ ਆ ਉਹ ਮੈਰਿਜ ਕਰਵਾ ਦਿੰਦੇ ਹੋ ਔਰ ਉੱਥੇ ਹੀ ਡਾਈਵੋਰਸ ਵੀ ਹੋ ਜਾਂਦਾ ਆ। ਤੁਸੀਂ ਇਹਦੇ ਬਾਰੇ ਕੋਈ ਰਾਏ ਮੈਂ ਤਾਂ ਜਿਹੜਾ ਬੇਸਿਕਲੀ ਜਿਹੜਾ ਕੁੰਭ ਵਿਆਹ ਹੁੰਦਾ ਜੀ, ਇਹ ਬ੍ਰਹਸਪਤੀ ਗ੍ਰਹਿ ਦੇ ਜੁਪੀਟਰ ਜਿਹਨੂੰ ਆਪਾਂ ਦੇ ਉਪਾਆਂ ਵਾਸਤੇ ਹੁੰਦਾ ਹੈ। ਔਰ ਇਹ ਮੇਨ ਚੀਜ਼ ਹੁੰਦੀ ਹੈ ਕਿ ਅਨਿਸ਼ਟ ਕਾਰਕਾਂ ਨੂੰ ਖਤਮ ਕਰਕੇ ਇਹ ਇੱਕ ਸਟੇਬਿਲਿਟੀ ਲਿਆਂਦਾ ਲਾਈਫ ਦੇ ਵਿੱਚ। ਇਸ ਕਰਕੇ ਕੁੰਭ ਵਿਆਹ ਜ਼ਿਆਦਾ ਜੇ ਤੁਹਾਡੇ ਕਰਮਾਂ ਦੇ ਵਿੱਚ ਤਲਾਕ ਹੀ ਲਿਖਿਆ ਆ ਤੇ ਤੁਹਾਡਾ ਉੱਥੇ ਹੀ ਮੈਰਿਜ ਕਰਕੇ ਉੱਥੇ ਹੀ ਤਲਾਕ ਕਰਵਾ ਦਿੱਤਾ ਜਾਂਦਾ। ਔਰ ਮੈਂ ਹਮੇਸ਼ਾ ਹੀ ਇਹ ਗੱਲ ਕਹਿਣਾ ਹੁੰਦਾ ਸੀ, ਜਦੋਂ ਮੈਨੂੰ ਪਹਿਲਾਂ ਕਦੀ ਮੇਰੇ ਆਪਣੇ ਕੁਐਸਚਨ ਇੰਨੇ ਹੁੰਦੇ ਸੀ ਕਿ ਦੂਜਿਆਂ ਨੂੰ ਸੈਟੀਸਫਾਈਡ ਕੀ ਕਰਨਾ, ਤੇ ਮੈਂ ਹਮੇਸ਼ਾ ਕਹਿੰਦਾ ਹੁੰਦਾ ਸੀ ਕਿ ਕੋਈ ਵੀ ਉਪਾਏ ਜਿਹੜਾ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ ਪਿਆ ਔਰ ਕਿਤੇ ਨਾ ਕਿਤੇ ਉਹ ਧਾਰਮਿਕਤਾ ਦੇ ਨਾਲ, ਮੰਤਰ ਉਚਾਰਨ ਨਾਲ, ਸਿਮਰਨ ਪਾਠ ਨਾਲ, ਵਾਹਿਗੁਰੂ ਨਾਲ ਜੋੜਦਾ ਸਾਨੂੰ, ਜਾਂ ਕੋਈ ਇਦਾਂ ਦੇ ਕੋਈ ਅਨੁਸ਼ਠਾਨ ਕਰਨ ਦੀ ਕੋਸ਼ਿਸ਼ ਕਰਦਾ ਜਿਹੜਾ ਕਿਸੇ ਦਾ ਨੁਕਸਾਨ ਨਹੀਂ ਹੁੰਦਾ, ਐਟਲੀਸਟ ਕਿਸੇ ਦਾ ਦਿਲ ਨਹੀਂ ਦੁਖਦਾ, ਨੁਕਸਾਨ ਨਹੀਂ ਹੁੰਦਾ ਔਰ ਉਹਦੇ ਨਾਲ ਸਾਨੂੰ ਬੈਨੀਫਿਟ ਹੁੰਦਾ, ਔਰ ਜ਼ਰੂਰ ਕਰਨੇ ਚਾਹੀਦੇ ਨੇ। ਮੇਰਾ ਐਂਡ ਦੇ ਵਿੱਚ ਇੱਕ ਕੁਐਸਚਨ ਸੀ, ਮੇਰਾ ਮਨ ਇਹ ਕਰਦਾ ਸੀਗਾ ਕਿ ਮੈਂ ਗੇਰੂ ਬਾਰੇ ਵੀ ਪੁੱਛਾਂ, ਇਹ ਵੀ ਪੁੱਛਾਂ, ਪਰ ਮੈਂ ਜ਼ਿਆਦਾ ਡਿਟੇਲ 'ਚ ਨਾ ਜਾਵਾਂ ਕਿਉਂਕਿ ਬਹੁਤ ਲੰਬੀਆਂ ਕਹਾਣੀਆਂ ਚੱਲ ਜਾਣੀਆਂ ਨੇ। 2 ਪ੍ਰਸ਼ਨਾਂ ਨੇ ਜਿਹੜਾ ਘੰਟਾ ਉਹ ਲੈ ਜਾਣਾ ਸੀਗਾ। ਸੋ ਤੁਸੀਂ ਜੋਤਿਸ਼ ਦੇ ਮੁਤਾਬਕ ਉਹਨਾਂ ਨੂੰ ਤੀਜਾ ਵੀ ਕੋਈ ਦੱਸਣ ਲੱਗੇ ਸੀ? ਨਹੀਂ, ਬਸ ਇਹੀ 3 ਇਹ ਦੱਸ ਦਿੱਤੇ ਸੀ। ਇਹਨੂੰ ਮੈਂ ਨਾਲ ਹੀ ਐਡ ਜੇ ਤੁਹਾਡੇ ਤੋਂ ਹੀ ਮੈਂ ਗੱਲ ਚੁੱਕ ਲੈਣਾ ਕਿਉਂਕਿ ਨੰਬਰੋਲੋਜੀ ਦੇ ਵਿੱਚ ਲਿਆਉਣ ਨਾਲੋਂ ਨੰਬਰੋਲੋਜੀ ਦੀ ਗੱਲ ਮੈਂ ਬਾਅਦ 'ਚ ਕਰਦਾ ਇਹਦੇ ਬਾਰੇ। ਲੇਕਿਨ ਮੈਂ ਇੱਕ ਚੀਜ਼ ਐਡ ਕਰ ਦਿੰਦਾ, ਜਿੱਦਾਂ ਆਪਾਂ ਪਿਛਲੀ ਵਾਰੀ 2 ਨਗਾਂ ਦੀ ਗੱਲ ਕੀਤੀ, ਬਿਨਾਂ ਸੋਚਿਆਂ ਸਮਝਿਆਂ ਪੁਖਰਾਜ ਨਗ ਜਿਹੜਾ 8 ਰਤੀ ਪਲੱਸ ਹੋਵੇ, 8 ਤੋਂ 12 ਰਤੀ ਦਾ, ਉਹਦੇ ਬ੍ਰਹਸਪਤੀ ਨੂੰ ਚੱਕਰ ਲਈ ਉਹਨੂੰ ਪਾਉਣੇ ਸ਼ੁਰੂ ਕਰ ਦਿਓ। ਬਲੈਕ ਕਲਰ ਬੇਟੀ ਦੀ ਜ਼ਿੰਦਗੀ ਚੋਂ ਬਿਲਕੁਲ ਕੱਢ ਦਿਓ ਕਿਉਂਕਿ ਗੱਲ ਦੇਖਦੇ ਮੈਂ ਸਪੈਲਿੰਗ ਚੈੱਕ ਕਰ ਰਹੇ ਨੇ। ਕੀਰਤ 19 ਨੰਬਰ ਬੰਦਾ, S3 ਬੰਦਾ, ਉਹਨੇ ਆਪਣੇ ਸਿਗਨੇਚਰ ਕੀਤੇ ਨੇ। S4 ਨੰਬਰ ਇਜ਼ ਅ ਵੀਕ ਨੰਬਰ ਜਿਹੜਾ ਕਿ ਉਹਨੂੰ ਉਹਦੀ 10 ਡੇਟ ਆਫ ਬਰਥ ਆ। 1 ਤੇ 4 ਦਾ ਕੰਬੀਨੇਸ਼ਨ ਅੱਛਾ, ਮੈਂ ਇਹਨੂੰ ਅਨਲੱਕੀ ਤਾਂ ਬਿਲਕੁਲ ਨਹੀਂ ਕਹੂੰਗਾ ਕਿਉਂਕਿ 10 ਡੇਟ ਆਫ ਬਰਥ ਵਾਲਿਆਂ ਨੂੰ 4 ਨੰਬਰ ਆਲਵੇਜ਼ ਸੂਟ ਕਰਦਾ। ਲੇਕਿਨ 2020 ਚੱਲਦਾ ਪਿਆ, ਅੱਗੇ ਉਹਦਾ 26ਵਾਂ 27ਵਾਂ ਸਾਲ ਆਣਾ, 8-9 ਦਾ ਕੰਬੀਨੇਸ਼ਨ। ਔਰ ਅੱਜ ਅਸੀਂ ਪ੍ਰੋਗਰਾਮ ਰਿਕਾਰਡ ਕਰਦੇ ਪਏ ਆ। ਇੱਕ ਹੁਣ ਸੈਡ ਨਿਊਜ਼ ਆਈ ਆ ਇਰਫਾਨ ਖਾਨ ਦੀ, ਤੇ ਮੇਰੇ ਨਾਲ ਜੁੜਨ ਵਾਲੇ ਬੰਦਿਆਂ ਨੇ ਬਾਰ-ਬਾਰ ਮੈਨੂੰ ਹੀ ਮੈਸੇਜ ਕੀਤਾ ਕਿ ਦੇਖੋ ਜੀ ਉਹਦਾ 54 ਚੱਲਦਾ ਪਿਆ ਸੀਗਾ। ਔਰ ਮੈਨੂੰ ਦਿੱਲੀ ਤੋਂ ਮੇਰੇ ਇੱਕ ਦੋਸਤ ਨੇ ਉਹਨਾਂ ਨੇ ਮੈਸੇਜ ਕੀਤਾ ਕਿ 54th ਈਅਰ ਚੱਲਦਾ ਸੀ 9 ਨੰਬਰ, 2020 ਚੱਲਦਾ ਪਿਆ ਸੀ 4 ਨੰਬਰ, ਹੈਨਾ। ਔਰ ਉਹਦੇ ਲਈ ਇਹ ਠੀਕ ਨਹੀਂ ਕੀਤਾ। ਮੈਂ ਉਸੇ ਮੈਸੇਜ ਨੂੰ ਫਾਰਵਰਡ ਕੀਤਾ, ਮੈਂ ਬਹੁਤ ਉਹਨੂੰ ਐਨਾਲਾਈਜ਼ ਤਾਂ ਅਜੇ ਨਹੀਂ ਕੀਤਾ। ਸੋ ਨਿੱਕੀਆਂ ਗੱਲਾਂ ਲੋਕੀ ਸੋਚਣ ਲੱਗ ਪਏ ਨੇ। 4 ਨੰਬਰ ਬੇਟੀ ਲਈ ਬਹੁਤ ਠੀਕ ਹੈ, ਲੇਕਿਨ ਜੇ ਇਹਨੂੰ ਆਪਾਂ ਹੋਰ ਵਧੀਆ ਕਰ ਲਈਏ, ਕੀਰਤ ਨਾ 19 ਨੰਬਰ ਬੰਦਾ, 19 9 ਤੱਕ 10 1 ਨੰਬਰ, ਡੇਟ ਆਫ ਬਰਥ 10, Kiro right in numerology when the name number and signatures number, date of birth number tally, the harmonious vibrations affect so long that 70 to 80% success will be automatically reserved in life. Kiro ਕਹਿੰਦਾ ਕੋਈ ਤੁਹਾਡਾ ਗ੍ਰਹਿ, ਤੁਹਾਡੀਆਂ ਲਾਈਨਾਂ
ਤੁਹਾਡੇ ਜੋਤਿਸ਼, ਤੁਹਾਡੇ ਗ੍ਰਹਿ ਕੁਝ ਵੀ ਕਹਿੰਦੇ ਹੋਣ, ਅਗਰ ਤੁਹਾਡਾ ਨੰਬਰੋਲੋਜੀ ਦੇ ਵਿੱਚ ਲੱਕੀ ਡੇਟ ਆਫ ਬਰਥ ਦੇ ਨਾਲ ਲੱਕੀ ਨੇਮ ਨੰਬਰ ਔਰ ਡੇਟ ਆਫ ਬਰਥ ਨੰਬਰ ਅਟੈਚ ਹੋ ਜਾਂਦੇ ਤਾਂ 70% ਸਕਸੈਸ ਤੁਹਾਡੀ ਰਿਜ਼ਰਵ ਹੋ ਜਾਂਦੀ ਹੈ ਲਾਈਫ 'ਚ। ਬੇਟੀ ਨੂੰ ਕੋ ਇਮੀਡੀਏਟ ਸਾਈਨ ਚੇਂਜ ਕਰਵੇ, ਕੀਰਤ ਲਿਖੇ, ਕੀਰਤ ਬੁਲਾਵੇ, ਕੀਰਤ ਕੋ ਆਵੇ। ਔਰ ਮੈਰਿਜ ਤੋਂ ਬਾਅਦ ਵੀ ਅਗਰ ਪੋਸੀਬਲ ਹੋ ਸਕੇ ਤਾਂ ਆਪਣੇ ਨਾਲ ਸਰਨੇਮ ਨਾ ਲਾਵੇ। ਕੀਰਤ ਤੋਂ ਲੱਕੀ 19 ਨੰਬਰ ਤੋਂ ਲੱਕੀ ਬੇਟੀ ਲਈ ਕੁਝ ਨਹੀਂ ਹੋਣਾ, ਇਹਦੇ ਬਰਾਬਰ ਦਾ ਹੋ ਸਕਦਾ ਪਰ ਲੱਕੀ ਕੁਝ ਨਹੀਂ ਹੋਣਾ। ਮੈਂ ਨਾਲ ਹੀ ਨੰਬਰੋਲੋਜੀ ਐਡ ਕਰ ਦਿੱਤੀ। ਪੁਖਰਾਜ ਇੱਕ ਇਦਾਂ ਦਾ ਸਟੋਨ ਹੈ ਜਿਹੜਾ ਮੈਰਿਜ ਪਰਪਸ ਲਈ ਤਾਂ ਮਾਰਵਲਸ। ਫਿਰ ਸਟੋਨ ਦੀ ਗੱਲ ਵਿੱਚ ਥੋੜੀ ਜਿਹੀ ਨਾਲ ਕਰ ਲਈਏ ਕਿ ਅਲੱਗ-ਅਲੱਗ ਤਰ੍ਹਾਂ ਦੇ ਸਟੋਨਸ ਨੇ। ਪੁਖਰਾਜ ਪਾਉਣ ਲਈ ਸਾਨੂੰ ਉਹਨਾਂ ਦਾ ਬ੍ਰਹਸਪਤੀ ਦੇਖਣਾ ਪੈਂਦਾ ਆ, ਹੱਥ ਦੇਖਣਾ ਪੈਂਦਾ, ਹੱਥ ਦੇ ਵਿੱਚ ਇੱਕ ਅਮਾਉਂਟ ਆਫ ਜੁਪੀਟਰ ਹੁੰਦਾ ਹੈ, ਕਿੰਨਾ ਸਟਰੋਂਗ ਹੈ। ਇਹ ਤੋਂ ਪਤਾ ਲੱਗਦਾ ਕਿ ਇਹਦੀ ਕਿੰਨੀ ਡਿਗਰੀ ਆ ਔਰ ਕਿੰਨੀ ਰਤੀ ਦਾ, ਕਿੰਨੀ weight ਦਾ ਇਹਨਾਂ ਨੂੰ ਪੁਖਰਾਜ ਪੈਣਾ ਚਾਹੀਦਾ, ਕਿੰਨਾ ਕੁ ਦਾ ਯੈਲੋ ਕਲਰ ਹੋਣਾ ਚਾਹੀਦਾ, ਬਹੁਤ ਹੀ ਕਲੀਅਰ ਹੋਣਾ ਚਾਹੀਦਾ, ਰੇਸ਼ੇ ਵਾਲਾ ਹੋਣਾ ਚਾਹੀਦਾ, ਕਿਹੜੀ ਕਿਸਮ ਦਾ ਹੋਣਾ ਚਾਹੀਦਾ। ਲੇਕਿਨ ਇੱਕ ਲਾਈਨ 'ਚ ਇਹ ਆਪਾਂ ਸਮਝ ਲਈਏ ਕਿ ਅਗਰ ਕੋਈ ਪੁਖਰਾਜ ਪਾਉਂਦਾ ਆ ਬਿਨਾਂ ਕੰਸਲਟ ਕੀਤਿਆਂ ਤੇ 99% ਪੁਖਰਾਜ ਕਦੀ ਨੁਕਸਾਨ ਨਹੀਂ ਕਰੂਗਾ। ਇਹ ਗੱਲ ਸਟੋਨਾਂ ਦੇ ਸਟੋਨਸ ਨੂੰ ਵੀ ਆਪਾਂ ਹਲੇ ਤੱਕ ਛੱਡ ਗਏ ਸੀ। ਮੈਂ ਕਹਿੰਦਾ ਇਹਦੇ 'ਚ ਐਡ ਕਰ ਲਈਏ ਕਿ ਵਿੱਚ ਸਾਡੇ ਜਿਹੜੇ ਵਿਊਅਰਸ ਨੇ ਉਹ ਸਟੋਨਸ ਬਾਰੇ ਵੀ ਸਮਝੀ ਜਾਣ। ਹਰ ਤਰ੍ਹਾਂ ਦੀ ਨੌਲੇਜ ਦਿਓ, ਹਰ ਬੰਦੇ ਨੂੰ ਰਾਈਟ ਆ, ਨੌਲੇਜ ਦਾ ਜ਼ਮਾਨਾ ਆ ਰਣਧੀਰ ਸਾਹਿਬ, ਕੋਈ ਚੀਜ਼ ਛੁਪੀ ਨਹੀਂ ਰਹਿਣੀ ਚਾਹੀਦੀ ਹੈ ਨਾ। ਸੋ ਦੂਸਰੀ ਗੱਲ ਮੈਂ ਮੈਰਿਜ ਲਾਈਨ ਤੇ ਥੋੜਾ ਜਿਹਾ ਬੋਲਣਾ ਚਾਹੁੰਦਾ। ਪਿਛਲੇ ਪ੍ਰੋਗਰਾਮ 'ਚ ਮੈਂ ਗੱਲ ਕੀਤੀ ਸੀ PhD ਦੇ ਟੌਪਿਕਾਂ 'ਚ ਮੈਟਰੀਮੋਨੀਅਲ ਡਿਸਪਿਊਟ ਮੇਰਾ ਇੱਕ ਸਬਜੈਕਟ ਸੀ। ਮੈਟਰੀਮੋਨੀਅਲ ਡਿਸਪਿਊਟਸ ਦੀ ਸਟਾਰਟਿੰਗ ਹਮੇਸ਼ਾ ਮੈਰਿਜ ਤੋਂ ਹੁੰਦੀ ਹੈ ਤੇ ਮੈਰਿਜ ਤੋਂ ਪਹਿਲਾਂ ਹੀ ਉਹਦੇ ਬਾਰੇ ਗੱਲ ਕੀਤੀ ਜਾ ਸਕਦੀ ਹੈ। ਹੈਂਡ ਬਹੁਤ ਇੰਪੋਰਟੈਂਟ ਹੈ, ਹੱਥ ਤੇ ਇੱਕ ਮੈਰਿਜ ਲਾਈਨ ਹੁੰਦੀ ਹੈ, ਉਹ ਬਹੁਤ ਇੰਪੋਰਟੈਂਟ ਹੈ। ਔਰ ਇੱਕ ਗੱਲ ਮੈਂ ਕਲੀਅਰ ਕਰਦਾ, ਇਹਨਾਂ ਨੇ ਮਦਰ ਦਾ ਨਹੀਂ ਨਾਮ ਲਿਖਿਆ, ਕੀਰਤ ਦੀ ਮਦਰ ਆਪਾਂ ਕਹਿ ਦਿੰਦੇ ਹਾਂ। ਕੀਰਤ ਵੀ ਸੁਣਦੀ ਹੋਊਗੀ, ਹਲੇ ਵੀ ਨੈਟ ਤੇ ਨਹੀਂ ਆਏ, ਮੈਂ ਉਹਨਾਂ ਨੂੰ ਬੁਲਾਇਆ ਸੀ ਕਿ ਟਾਈਮ ਬੜਾ ਇੰਪੋਰਟੈਂਟ ਹੈ। ਮੈਂ ਜਿੰਨੀਆਂ ਵੀ ਡਿਸਟਰਬਡ ਮੈਰਿਜ ਲਾਈਨ ਰਣਧੀਰ ਸਾਹਿਬ ਡਿਸਟਰਬਡ ਟੇਵੇ ਦੇ ਗ੍ਰਹਿ ਵੀ ਦੇਖੀ ਦੇ ਨੇ, ਅਗਰ ਉਹ ਇੱਕ ਪਾਰਟਿਕੂਲਰ ਏਜ ਨੂੰ ਕ੍ਰਾਸ ਕਰ ਜਾਣ, ਜਿਸ ਏਜ ਤੇ ਉਹ ਲਾਈਨਾਂ ਪਈਆਂ, ਮੰਨ ਲਓ ਮੇਰੇ ਕੋਲ ਕਈ ਆਉਂਦੇ ਨੇ ਕਿ ਦੇਖੋ ਜੀ 2 ਮੈਰਿਜ ਲਾਈਨ ਪਈਆਂ, ਇੱਕ ਮੈਰਿਜ ਲਾਈਨ ਦੀ ਏਜ ਹੀ ਕੱਢ ਦੋ ਪਹਿਲੀ ਵਾਲੀ ਦੀ, ਸੈਕੰਡ ਮੈਰਿਜ ਤੇ ਆਵੇ ਤਾਂ ਆਟੋਮੈਟਿਕਲੀ ਜਿੰਨੇ ਵੀ ਸਟਾਰਸ ਨੇ, ਨੈਗੇਟਿਵ ਸਟਾਰਸ ਨੇ, ਉਹ ਆਪਣੇ ਆਪ ਠੀਕ ਹੋ ਜਾਂਦੇ ਨੇ। ਬੇਟੀ ਦੀ ਡੇਟ ਆਫ ਬਰਥ ਬਹੁਤ ਲੱਕੀ ਆ, ਉਹਦਾ ਨਾਮ ਬਹੁਤ ਲੱਕੀ ਆ। ਮੈਨੂੰ ਇੱਕ ਗਟ ਫੀਲਿੰਗ ਆ ਰਹੀ ਆ ਕਿ ਇਹਦੇ ਹੈਂਡ ਤੇ ਅਜੇ ਮੈਰਿਜ ਲਿਖੀ ਨਹੀਂ ਹੋਣੀ। ਇਹ ਟਰਾਈ ਅਸੀਂ ਆਪ ਹੀ ਮਾਰਦੇ ਰਹੇ ਹਾਂ। ਔਰ ਇੱਕ ਗੱਲ ਦਾ ਹਮੇਸ਼ਾ ਸਾਰੇ ਇਸ ਗੱਲ ਦਾ ਭਰੋਸਾ ਰੱਖਿਓ, ਜਦੋਂ ਅਸੀਂ ਬਹੁਤ ਐਫਰਟ ਕਰਕੇ ਕੁਝ ਕਰਦੇ ਹਾਂ ਤੇ ਕਿਤੇ ਨਾ ਕਿਤੇ ਅਸੀਂ ਪਰਮਾਤਮਾ ਦੀ ਇੱਛਾ ਦੇ ਅਗੇਂਸਟ ਜਾਣ ਦੀ ਕੋਸ਼ਿਸ਼ ਕਰਦੇ ਹਾਂ। ਉਹਦੀ ਮਰਜ਼ੀ ਤੋਂ ਬਿਨਾਂ ਤਾਂ ਕੁਝ ਵੀ ਨਹੀਂ ਹੋ ਸਕਦਾ। ਲੇਕਿਨ ਜਿੰਨਾ ਕੁ ਉਹਨੇ ਗਿਆਨ ਦਿੱਤਾ ਆ, ਮੈਨੂੰ ਇਹਦਾ ਲੱਗਦਾ ਕਿ ਟਾਈਮ ਦਾ ਐਨਾਲਿਸਿਸ ਆਪਾਂ ਕਰ ਲਈਏ ਪੂਰਾ। ਜੋਤਿਸ਼ ਰਣਧੀਰ ਸਾਹਿਬ ਇੱਕ ਚੀਜ਼ ਨੋਟ ਕਰਿਓ, ਨਿਚੋੜ ਕੱਢ ਕੇ ਗੱਲਾਂ ਕਰਨ ਨੂੰ ਮੰਨਿਆ ਕਿ ਪੂਰਾ ਜੋਤਿਸ਼ ਟਾਈਮ ਬੇਸਡ ਆ। ਮੈਂ ਹਰੇਕ ਵੀਅਰਸ ਨੂੰ ਇਹ ਕਹਿਣਾ ਕਿ ਇਹ ਪੁੱਛਣ ਨਾਲੋਂ ਮੇਰੇ ਕੰਮ ਕਦੋਂ ਹੋਣਗੇ, ਇੱਕ ਗੱਲ ਪੁੱਛ ਲਿਆ ਕਰੋ, ਮੇਰਾ ਚੰਗਾ ਟਾਈਮ ਕਦੋਂ ਆ ਰਿਹਾ, ਮੇਰੀ ਕੁੰਡਲੀ ਮੁਤਾਬਕ ਬੈਸਟ ਟਾਈਮ ਕਦੋਂ ਸ਼ੁਰੂ ਹੋ ਰਿਹਾ। ਬੈਸਟ ਟਾਈਮ 'ਚ ਵੀਜ਼ੇ ਵੀ ਲੱਗ ਜਾਣੇ ਨੇ, ਮੈਰਿਜ ਵੀ ਹੋ ਜਾਣੀ ਆ, ਬੱਚਿਆਂ ਦੀ ਵੀ ਜੌਬ ਲੱਗ ਜਾਣੀ ਆ, ਬੱਚਿਆਂ ਦੇ ਵਿਆਹ ਵੀ ਹੋ ਜਾਣੇ ਆ, ਹਰ ਚੀਜ਼ ਜਿਹੜੀ ਆ ਉਹ ਮੈਰਿਜ ਜਿਹੜੀ ਆ ਉਹ ਹੋ ਜਾਣੀ ਹੈ ਨਾ। ਸੋ ਟਾਈਮ ਦੇਖਣਾ ਨੰਬਰੋਲੋਜੀ ਪਾਮਿਸਟ ਬਹੁਤ ਜ਼ਰੂਰੀ ਆ। ਕੀਰਤ ਦੇ ਸਿਗਨੇਚਰਸ ਦੀ ਗੱਲ ਕਰ ਲਈ ਆ। ਕੀਰਤ ਨੂੰ ਪੁਖਰਾਜ ਪਾਉਣਾ ਚਾਹੀਦਾ, ਥਰੂਟ ਲਾਈਫ ਪੁਖਰਾਜ ਪਾਉਣਾ ਚਾਹੀਦਾ, ਸਾਰੀ ਜ਼ਿੰਦਗੀ ਇਹ ਪੁਖਰਾਜ ਲੈ ਕੇ ਚੱਲੇ। ਇਹ ਥੋੜੀ ਜਿਹੀ ਡੇਟ ਆਫ ਬਰਥ ਮੂਡੀ ਆ, ਹਨਾ। ਮੈਨੂੰ ਲੱਗਦਾ ਕਿ ਇਹ ਮੂਡੀ ਇਨਸਿਸਟਿੰਗ ਨੇਚਰ ਕਰਕੇ ਕਿ ਜੋ ਮੈਂ ਕਹਿੰਦੀ ਆ ਉਹੀ ਠੀਕ ਆ, ਇਹ ਆਪਣੀ ਇਸ ਆਦਤ ਕਰਕੇ ਆਪਣੀ ਲਾਈਫ 'ਚ ਪ੍ਰੋਬਲਮ ਜਿਹੜੀਆਂ ਨੇ ਉਹ ਜ਼ਰੂਰ ਆਉਗੀ। ਸੋ ਮੈਰਿਜ ਨਾਲ ਰਿਲੇਟਡ ਆਪਾਂ ਜਦੋਂ ਵੀ ਗੱਲ ਕਰਾਂਗੇ, ਮੈਨੂੰ ਲੱਗਦਾ ਕਿ ਅੱਜ ਤੋਂ ਬਾਅਦ ਜਦੋਂ ਵੀ ਲਾਈਫ 'ਚ ਕਿਸੇ ਦੀ ਮੈਰਿਡ ਲਾਈਫ ਠੀਕ ਹੋ ਜਾਵੇ, ਮੈਰਿਜ ਦੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਦੀ ਰਣਧੀਰ ਸਾਹਿਬ ਗੱਲ ਆਊਗੀ ਤਾਂ ਪੁਖਰਾਜ ਨਗ ਪਵਾਉਣਾ, ਬ੍ਰਹਸਪਤੀ ਦੇ ਉਪਾਏ ਜਨਰਲ ਕਰਾਣੇ ਔਰ ਟੇਵਾ ਦੇਖ ਕੇ ਉਹ ਜਿਹੜਾ ਵੀ ਗ੍ਰਹਿ ਜਿੱਥੇ ਬੈਠਾ ਆ ਉਹਦੇ ਸਪੈਸ਼ਲ ਉਪਾਏ ਕਰਾਣੇ। ਤਾਂ ਮੈਰਿਡ ਪ੍ਰੋਬਲਮਾਂ ਦੀ ਤਾਂ ਮੈਂ 10,000% ਗਰੰਟੀ ਦੇ ਸਕਦਾ ਕਿ ਜੇ ਐਨਾਲਾਈਜ਼ ਕਰਕੇ ਸਭ ਦੇਖ ਕੇ ਕੀਤਾ ਜਾਵੇ ਤਾਂ ਮੈਰਿਡ ਲਾਈਫ ਨਾਲ ਰਿਲੇਟਡ ਪ੍ਰੋਬਲਮ ਨਹੀਂ ਸਾਡੇ ਕਹਿਣ ਦਾ ਮਤਲਬ ਕਿ ਦਿਸ਼ਾ ਚੇਂਜ ਕੀਤੀ ਜਾਵੇਗੀ ਤੇ ਦਸ਼ਾ ਆਪਣੇ ਆਪ ਚੇਂਜ ਹੋ ਜਾਏਗੀ। ਦਸ਼ਾ ਆਪਣੇ ਆਪ ਹੋ ਸਕਦੀ ਸੀ, ਜਿੱਦਾਂ ਨਾਮ ਦੇ ਹਿਸਾਬ ਨਾਲ ਹੋ ਗਿਆ ਨਾ, ਨੰਬਰੋਲੋਜੀ ਕਰ ਲਓ, ਵਾਸਤੂ ਕਰ ਲਓ, ਪਾਮਿਸਟਰੀ ਦੀਆਂ ਲਾਈਨਾਂ ਬੜੀਆਂ ਇੰਪੋਰਟੈਂਟ ਕਰਦੀਆਂ। ਬੜੀ ਵਾਰੀ ਟੇਵੇ ਦੇਖਦਾ, ਇੰਨੇ ਰਿਸ਼ਤੇ ਹੋ ਗਏ, ਨੰਬਰੋਲੋਜੀ ਦੇਖੀ ਦੀ ਆ, ਹਨਾ। ਤੁਸੀਂ ਇੰਨੇ ਚਿਰ ਤੋਂ ਦੇਖਦੇ ਆ ਰਹੇ ਔਰ ਜਦੋਂ ਹੀ ਇਦਾਂ ਲੱਗਦਾ ਕਿ ਉਹ ਟਾਈਮ ਨੂੰ ਕ੍ਰਾਸ ਕੀਤਾ ਨਹੀਂ, ਅੱਗੇ ਜਾ ਕੇ ਹਰ ਚੀਜ਼ ਫਰੂਟਫੁਲ ਹੋਣ ਲੱਗ ਪੈਂਦੀ ਆ। ਅੱਛਾ, ਕੋਈ ਹੋਰ ਤੁਸੀਂ ਕੋਈ ਵਿਊਜ਼ ਤੁਹਾਨੂੰ ਲੱਗਦਾ ਹੋਵੇ ਦੇਣਾ ਚਾਹਵੇ? ਸੋ ਅੱਜ ਲਈ ਇੰਨਾ ਹੀ। ਕੋਸ਼ਿਸ਼ ਇਹ ਹੋਊਗੀ ਕਿ 2-2 ਕੁਐਸਚਨਸ ਲਏ ਜਾਣ। ਕੁਐਸਚਨਸ 9 ਨੇ ਮੇਰੇ ਕੋਲ ਪਏ,
ਦੋ ਕੁਐਸਚਨਸ ਲਵਾਂਗੇ, ਸ਼ਾਰਟ ਪ੍ਰੋਬਲਮ ਦੀ ਰਿਕਾਰਡਿੰਗ ਕਰਾਂਗੇ। ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ।